सागर रत्नागरो हो सार न जाना तेरी राम। सार न जाना तू वड दाना कर मेहरमत साई। कृपा की जय सामत दीजै आठ पहर तुद ध्याई। गर्भ न कीजै रेण होवीजै तांगत जियरे तेरी। सब ऊपर नानक का ठाकुर मैं जेहि कण छेरी राम। सब ऊपर नानक का ठाकुर मैं जेहि कण छेरी राम। हम अवगुण परे एक गुण नाहि अमृत छाड़ बिख बिख खाई। माया मोह परम पै भूले सुत दारा स्यों। एक उत्तम पंथ सुन्यो गुर संगत तेह मिलंत जम त्रास मिटाई। एक अरदास पाठ कीरत की गुर रामदास राखो। सो कहो टल गुर सेविय अहनस सहज सुभाए। दर्शन परसै गुरु कै जन्म मरण जाए। सिफत खसंबंधी नूर अरसह कुरसह चट्टिया। तुद डिठे सच्चे पातशाह मल जन्म जन्म दी कट्टिया। सजन सच्चा पातशाह सिर साहांद शाहो। जिस पास बैठिया सोहिए सबना दा विसाहो। सतनाम श्री वाहिगुरु साहिब जी। एक ओंकार सतनाम करता पुरख निरभउ निर्वैर। अकाल मूरत अजूनी सैभं गुर प्रसाद। राग सूही महला पहला। चौपदी घर पहला। भांडा धोए बैस धूप देवहो। तो दूध है को जावहो। दूध कर्म फुन सुरत समायणा। होए निरास जमावहो। भांडा धोई बैस धूप देवहो। तो दूध कौ जावहो। दूध कर्म फुन सुरत समायणा।
ਹੋਏ ਨਿਰਾਸ ਜਮਾਵਹੁ ਜਪਹੁ ਤਾ ਏਕੋ ਨਾਮਾ ਅਵਰ ਨਿਰਾਫਲ ਕਾਮਾ ਰਹਾਉ ਇਹੋ ਮਨ ਈਟੇ ਹਾਥ ਕਰੋ ਫੁਨ ਨੇਤਰੋ ਨੀਂਦ ਨ ਆਵੈ ਰਸਨਾ ਨਾਮ ਜਪੋ ਤਬ ਮਥੀਐ ਇਨ ਵਿਦ ਅੰਮ੍ਰਿਤ ਪਾਵਹੁ ਮਨ ਸੰਪਟ ਜਿਤ ਸਤ ਸਰਨਾਵਣ ਭਾਵਨ ਪਾਤੀ ਤ੍ਰਿਪਤ ਕਰੀ ਪੂਜਾ ਪ੍ਰਾਣ ਸੇਵਕ ਜੇ ਸੇਵੇ ਇਨ ਵਿਦ ਸਾਹਿਬ ਰਾਵਤ ਰਹੈ ਕਹਿੰਦੇ ਕਹਿ ਕਹੀ ਕਹਿ ਜਾਵੈ ਤੁਮ ਸਰ ਆਵਰ ਨ ਕੋਈ ਭਗਤ ਹੀਣ ਨਾਨਕ ਜਨ ਜੰਪੈ ਹਉ ਸਾਲਾਹੀ ਸੱਚਾ ਸੋਈ ਕਹਿੰਦੀ ਕਹਿ ਕਹੀ ਕਹਿ ਜਾਵੈ ਤੁਮ ਸਰ ਆਵਰ ਨ ਕੋਈ ਭਗਤ ਹੀਣ ਨਾਨਕ ਜਨ ਜੰਪੈ ਹਉ ਸਾਲਾਹੀ ਸੱਚਾ ਸੋਈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਤਿਤ ਪਾਵਨ ਭਗਤ ਵਛਲ ਕਿਰਪਾ ਨਿਧਾਨ ਅਨਾਥ ਨਾਥ ਜਗਤ ਗੁਰੂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਪਵਿੱਤਰ ਪਾਵਨ ਹਜ਼ੂਰੀ 'ਚ ਜੁੜ ਬੈਠੇ ਗੁਰੂ ਕੀ ਸਾਜੀ ਔਰ ਨਿਵਾਜੀ ਹੋਈ ਗੁਰੂ ਕਾ ਖਾਸ ਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ, ਵੱਡਿਆਂ ਭਾਗਾਂ ਵਾਲੇ ਹੋ ਕੇ ਅੰਮ੍ਰਿਤ ਵੇਲੇ ਤੋਂ ਗੁਰੂ ਚਰਨਾਂ ਵਿੱਚ ਨਤਮਸਤਕ ਹੋ ਕੇ ਆਪਣੇ ਜੀਵਨ ਦਾ ਕੁਝ ਸਮਾਂ ਗੁਰੂ ਲੇਖੇ ਲਾ ਕੇ ਸਫਲਾ ਕਰ ਰਹੇ ਹੋ। ਗੁਰਦੇਵ ਦੀ ਧੁਰ ਕੀ ਬਾਣੀ, ਅਕਾਲੀ ਬਾਣੀ, ਸ੍ਰੀ ਆਸਾ ਜੀ ਦੀ ਵਾਰ ਦੇ ਸ਼ਬਦ ਕੀਰਤਨ, ਰਾਗੀ ਸਿੰਘਾਂ ਦੀ ਰਸਨਾ ਤੋਂ ਬਹੁਤ ਹੀ ਅਦਬ ਸਤਕਾਰ ਸ਼ਰਧਾ ਭਾਵਨਾ ਦੇ ਸਹਿਤ ਆਪ ਜੀ ਨੇ ਸਰਵਣ ਕੀਤੇ ਹਨ। ਗੁਰਦੇਵ ਵੱਲੋਂ ਬਖਸ਼ਿਸ਼ ਕੀਤੇ ਗਏ ਸ੍ਰੀ ਮੁਖਵਾਕ ਸਰਵਣ ਕਰਨ ਲਈ, ਸਤਿਗੁਰਾਂ ਦੇ ਸ੍ਰੀ ਮੁਖਵਾਕ ਦੀ ਕਥਾ ਸਰਵਣ ਕਰਨ ਲਈ ਆਪਾਂ ਸਾਰੇ ਇਸ ਵਕਤ ਗੁਰੂ ਪਾਤਸ਼ਾਹ ਦੇ ਚਰਨਾਂ 'ਚ ਜੁੜ ਬੈਠੇ ਹਾਂ। ਪਹਿਲੇ ਪਾਤਸ਼ਾਹ ਆਦਿ ਗੁਰੂ ਜਗਤ ਗੁਰੂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਜੀ ਨੇ ਅੱਜ ਦੇ ਪਵਿੱਤਰ ਹੁਕਮਨਾਮੇ ਦੀ ਦਾਤ ਸਾਨੂੰ ਸਾਰਿਆਂ ਨੂੰ ਬਖਸ਼ਿਸ਼ ਕੀਤੀ ਹੈ। ਆਓ ਕੁਝ ਸਮੇਂ ਲਈ ਮਨ ਔਰ ਬਿਰਤੀਆਂ ਨੂੰ ਇਕਾਗਰ ਕਰੀਏ। ਗੁਰਦੇਵ ਦੇ ਪਵਿੱਤਰ ਚਰਨਾਂ ਵਿੱਚ ਆਪਣੀਆਂ ਹਾਜ਼ਰੀਆਂ ਲਵਾਉਂਦਿਆਂ, ਰਸਨਾ ਨੂੰ ਪਵਿੱਤਰ ਕਰਦਿਆਂ ਸਮੂਹ ਮਾਈ ਭਾਈ ਆਖੋ ਜੀ ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਸਤਿਨਾਮ ਵਾਹਿਗੁਰੂ ਸਾਹਿਬ ਜੀ। ਏਕ ਓੰਕਾਰ। ਸਤਿਗੁਰੂ ਜੀ ਰਾਗ ਸੋਹੀ ਦੀ ਆਰੰਭਤਾ ਹੋ ਰਹੀ, ਇਸ ਕਰਕੇ ਪਹਿਲੋਂ ਮੰਗਲ ਕੀਤਾ। ਇੱਕ ਇੱਕ ਦਾ ਮਤਲਬ ਹੁੰਦਾ ਜੋ ਅਦੁੱਤੀ ਹੈ, ਜਿਸ ਵਰਗਾ ਕੋਈ ਦੂਜਾ ਨਹੀਂ। ਇਹ ਜੋ ਮੰਗਲ ਹੈ ਇਹਨੂੰ ਵਸਤੂ ਨਿਰਦੇਸ਼ ਮੰਗਲਾਚਰਨ ਕਹਿੰਦੇ। ਚਾਰ ਪ੍ਰਕਾਰ ਦੇ ਮੰਗਲਾਚਰਨ ਹੁੰਦੇ ਨੇ। ਇੱਕ ਵਸਤੂ ਨਿਰਦੇਸ਼ ਮੰਗਲਾਚਰਨ ਹੈ ਜੋ ਇੱਥੇ ਸਤਿਗੁਰੂ ਜੀ ਕਰ ਰਹੇ ਹਨ।
ਦੂਸਰਾ ਮੰਗਲਾਚਰਨ ਹੁੰਦਾ ਹੈ ਆਸ਼ੀਰਵਾਦਕ ਮੰਗਲਾਚਰਨ, ਜਿਸ ਵਿੱਚ ਆਪਣੇ ਇਸ਼ਟ ਨੂੰ ਨਮਸਕਾਰ ਕਰਕੇ ਉਹਦੇ ਕੋਲੋਂ ਆਸ਼ੀਰਵਾਦ ਮੰਗਣੀ। ਤੀਸਰਾ ਮੰਗਲਾਚਰਨ ਹੁੰਦਾ ਨਮਸਕਾਰਾਤਮਕ ਮੰਗਲਾਚਰਨ, ਨਮਸਕਾਰ ਕਰਨੀ ਆਪਣੇ ਇਸ਼ਟ ਨੂੰ। ਸਤਿਗੁਰੂ ਪੰਚਮ ਪਾਤਸ਼ਾਹ ਗੁਰੂ ਅਰਜਨ ਦੇਵ ਸਾਹਿਬ ਨੇ ਇਹਨਾਂ ਤਿੰਨਾਂ ਮੰਗਲਾਂ ਨੂੰ ਇੱਕੋ ਸ਼ਲੋਕ ਵਿੱਚ ਕੀਤਾ। ਡੰਡਾਉਤ ਬੰਦਨ ਅਨਕ ਬਾਰ, ਸਰਬ ਕਲਾ ਸਮਰੱਥ, ਡੋਲਨ ਤੇ ਰਾਖੋ ਪ੍ਰਭੂ ਨਾਨਕ ਦੇ ਕਰ ਹੱਥ। ਇਹਦੇ ਚ ਤਿੰਨੇ ਮੰਗਲ ਕੀਤੇ ਸਤਿਗੁਰਾਂ। ਡੰਡਾਉਤ ਬੰਦਨ ਅਨਕ ਬਾਰ, ਇਹਨੂੰ ਕਹਿੰਦੇ ਆ ਨਮਸਕਾਰਾਤਮਕ ਮੰਗਲਾਚਰਨ, ਕਿ ਮੈਂ ਆਪਣੇ ਮਾਲਕ ਨੂੰ ਅਨੇਕ ਬੇਰੀ ਡੰਡਾਉਤ ਕਰਦਾ। ਸਰਬ ਕਲਾ ਸਮਰੱਥ, ਇਹਦਾ ਮਤਲਬ ਹੈ ਵਸਤੂ ਨਿਰਦੇਸ਼ ਮੰਗਲਾਚਰਨ, ਕਿ ਮੇਰਾ ਮਾਲਕ ਸਰਬ ਕਲਾ ਸਮਰੱਥ ਦੇਵ ਹੈ, ਕਿਉਂਕਿ ਇਹਦੇ ਚ ਵਿਸ਼ੇਸ਼ਤਾ ਦੱਸੀ ਹੈ। ਜਿਹਦੇ ਚ ਆਪਣੇ ਇਸ਼ਟ ਦੀ ਵਿਸ਼ੇਸ਼ਤਾ ਦੱਸੀ ਜਾਏ ਉਹਨੂੰ ਕਹਿੰਦੇ ਆ ਵਸਤੂ ਨਿਰਦੇਸ਼ ਮੰਗਲ। ਤੀਸਰਾ ਹੈ ਡੋਲਨ ਤੇ ਰਾਖੋ ਪ੍ਰਭੂ, ਇਹਦੇ ਚ ਆਸ਼ੀਰਵਾਦਕ ਮੰਗਲਾਚਰਨ, ਕਿ ਆਪਣੇ ਮਾਲਕ ਕੋਲੋਂ ਆਸ਼ੀਰਵਾਦ ਮੰਗਣੀ ਕਿ ਵਾਹਿਗੁਰੂ ਮੈਨੂੰ ਡੋਲਣ ਤੋਂ ਰੱਖ ਲੈ, ਆਪਣਾ ਹੱਥ ਦੇ ਕੇ। ਇਹ ਤਿੰਨ ਮੰਗਲ ਇਸੇ ਇੱਕੋ ਸ਼ਲੋਕ ਚ ਕੀਤੇ। ਚੌਥਾ ਮੰਗਲ ਜਿਹਦਾ ਜ਼ਿਕਰ ਗੁਰਬਾਣੀ ਵਿੱਚ ਨਹੀਂ ਹੈ, ਕਿਉਂਕਿ ਗੁਰਮਤਿ ਦਾ ਜਿਹੜਾ ਸਿਧਾਂਤ ਹੈ ਤੂੰ ਤੂੰ ਦਾ ਹੈ। ਆਮ ਕਰਕੇ ਜਿਹੜਾ ਚੌਥਾ ਮੰਗਲ ਹੋਰ ਮਤਾਂਤਰਾਂ 'ਚ ਮੰਨਿਆ ਜਾਂਦਾ ਹੈ ਉਹ ਹੈ ਆਤਮਾ ਦਾ ਮੰਗਲ, ਆਪਣੀ ਨਿਜ ਆਤਮਾ ਦਾ ਮੰਗਲਾਚਰਨ ਕਰਨਾ, ਆਪਣੀ ਆਤਮਾ ਨੂੰ ਮੰਗਲਾਚਰਨ ਕਰਕੇ ਮੱਥਾ ਟੇਕਣਾ। ਨਿਜ ਆਤਮ ਮੰਗਲਾਚਰਨ ਦਾ ਜੇ ਸਰੂਪ ਵੇਖਣਾ ਤੇ ਵਿਚਾਰ ਸਾਗਰ ਨਾਮਕ ਇੱਕ ਗ੍ਰੰਥ ਹੈ ਜੋ ਵਿਦਿਆਰਥੀਆਂ ਨੂੰ ਵੇਦਾਂਤ ਦਾ ਪੜ੍ਹਾਇਆ ਜਾਂਦਾ ਹੈ, ਜਿਹੜੇ ਜਦੋਂ ਕਥਾ ਸਿੱਖਦੇ ਹਨ, ਉਹਦੇ ਵਿੱਚ ਮੰਗਲਾਚਰਨ ਕੀਤਾ। ਜੋ ਸੁਖ ਨਿਤ ਪ੍ਰਕਾਸ਼ ਵਿਭੂ, ਨਾਮ ਰੂਪ ਆਧਾਰ, ਮਤੀ ਨਾ ਲਖੈ ਜਿਹੇ ਮਤੀ ਲਖੈ, ਸੋ ਮੈਂ ਸ਼ੁੱਧ ਅਪਾਰ। ਜੋ ਪ੍ਰਕਾਸ਼ ਰੂਪ ਹੈ, ਜੋ ਸੁਖ ਰੂਪ ਹੈ, ਜੋ ਸੁਖ ਨਿਤ ਪ੍ਰਕਾਸ਼ ਵਿਭੂ ਵਿਆਪਕ ਹੈ, ਉਹ ਮੈਂ ਹੀ ਹਾਂ। ਸੋ ਮੈਂ ਸ਼ੁੱਧ ਅਪਾਰ, ਉਹ ਮੈਂ ਹੀ ਹਾਂ। ਮਤੀ ਨਾ ਲਖੈ ਜਿਹੇ ਮਤੀ ਲਖੈ, ਜਿਹਨੂੰ ਮਲੀਨ ਮਤ ਨਹੀਂ ਜਾਣ ਸਕਦੀ ਪਰ ਸ਼ੁੱਧ ਮਤ ਜਾਣ ਸਕਦੀ ਹੈ। ਸੋ ਮੈਂ ਸ਼ੁੱਧ ਅਪਾਰ, ਉਹ ਮੇਰਾ ਸਵਰੂਪ ਹੈ। ਤੋ ਇਉਂ ਇਹ ਮੰਗਲਾਚਰਨ ਇਹਨੂੰ ਕਹਿੰਦੇ ਨੇ ਆਤਮ ਮੰਗਲ, ਆਪਣੀ ਆਤਮਾ ਦਾ ਮੰਗਲਾਚਰਨ ਕਰਨਾ। ਤੋ ਇੱਥੇ ਗੁਰਦੇਵ ਜੀ ਨੇ ਜੋ ਮੰਗਲਾਚਰਨ ਕੀਤਾ ਹੈ ਇਹ ਹੈ ਵਸਤੂ ਨਿਰਦੇਸ਼ ਮੰਗਲ, ਆਪਣੇ ਮਾਲਕ ਦੀਆਂ ਵਿਸ਼ੇਸ਼ਤਾਈਆਂ ਦੱਸਣੀਆਂ। ਕੀ ਵਿਸ਼ੇਸ਼ਤਾ ਹੈ ਉਹਦੀ? ਉਹ ਇੱਕ ਹੈ, ਇੱਕ ਜਿਸ ਵਰਗਾ ਹੋਰ ਕੋਈ ਦੂਸਰਾ ਨਹੀਂ ਹੈ। ਇੱਕ ਓੰਕਾਰ ਜੋ ਸਾਰਿਆਂ ਵਿੱਚ ਵਿਆਪਕ ਹੈ ਔਰ ਸਰਬ ਦਾ ਪ੍ਰਕਾਸ਼ਕ ਹੈ। ਓੰਕਾਰ ਦਾ ਮਤਲਬ ਜੋ ਵਿਆਪਕ ਹੈ, ਜ਼ਰਰੇ ਜ਼ਰਰੇ ਨੂੰ, ਕਣ ਕਣ ਨੂੰ ਪ੍ਰਕਾਸ਼ਣ ਵਾਲਾ ਹੈ, ਉਹ ਹੈ ਪ੍ਰਕਾਸ਼ ਰੂਪ ਓੰਕਾਰ। ਸਤਿਨਾਮ, ਉਹਦਾ ਨਾਮ ਹੀ ਤ੍ਰਈ ਕਾਲ ਸਤ ਹੈ। ਉਹਦਾ ਨਾਮ ਤਿੰਨਾਂ ਕਾਲਾਂ 'ਚ ਸਤ ਹੈ। ਪਹਿਲਾਂ ਵੀ ਸਤ ਸੀ, ਹੁਣ ਵੀ ਸਤ ਹੈ, ਅੱਗੇ ਨੂੰ ਵੀ ਸਤ ਹੈ। ਆਦ ਸੱਤੇ, ਜੁਗਾਦ ਸੱਤੇ, ਪ੍ਰਤੱਖ ਸੱਤੇ, ਉਹ ਤਿੰਨਾਂ ਕਾਲਾਂ ਵਿੱਚ ਸਤ ਹੈ ਉਹਦਾ ਨਾਮ। ਦੁਨੀਆ ਵਿੱਚ ਅੱਜ ਜਿਨ੍ਹਾਂ ਦਾ ਨਾਮ ਹੈ ਮਰ ਮੁੱਕਣ ਤੋਂ ਬਾਅਦ ਸਮਾਪਤ ਹੋ ਜਾਂਦਾ, ਪਰ ਇੱਕ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੇ ਨਾਮ ਦੀ ਹਸਤੀ ਐਸੀ ਹੈ ਜਿਹੜੀ ਤ੍ਰਈ ਕਾਲ ਸਤ ਹੈ, ਪਹਿਲਾਂ ਵੀ ਸੀ, ਹੁਣ ਵੀ ਹੈ ਤੇ ਅੱਗੇ ਨੂੰ ਵੀ ਰਹੇਗੀ। ਕਰਤਾ ਪੁਰਖ, ਉਹ ਸਾਰੇ ਜਗਤ ਦਾ ਕਰਤਾ ਹੈ। ਕਰਤਾ, ਕਰਤਾ ਦਾ ਮਤਲਬ ਹੁੰਦਾ ਕਰਨ ਵਾਲਾ, ਸਭ ਦੇ ਕਰਨ ਵਾਲਾ ਕਰਤਾ ਇੱਕ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਹੈ। ਹਰ ਸ਼ੈ ਉਸੇ ਨੇ ਕੀਤੀ ਹੈ, ਆਪਾਂ ਸਾਰੇ ਉਸੇ ਦੇ ਕੀਤੇ ਹੋਏ ਹਾਂ। ਔਰ ਕੈਸਾ ਅਚਰਜ ਰਚਿਆ ਉਹਨੇ ਸਾਰੇ ਸੰਸਾਰ ਦਾ,
ਕਿ ਕੈਸੀ ਅਦਭੁਤ ਰਚਨਾ ਇਸ ਅਕਾਲ ਪੁਰਖ ਵਾਹਿਗੁਰੂ ਨੇ ਸੰਸਾਰ ਦੀ ਕੀਤੀ ਹੈ। ਤੋ ਕਰਤਾ ਸਾਰੇ ਜਗਤ ਦਾ ਕਰਤਾ ਹੈ, ਕਰਨ ਵਾਲਾ ਹੈ, ਪੁਰਖ। ਪੁਰਖ ਦਾ ਮਤਲਬ ਹੁੰਦਾ ਪੂਰਿਆ ਹੋਇਆ, ਜਿਹੜਾ ਹਰ ਜ਼ਰਰੇ ਵਿੱਚ ਹਰ ਕਣ ਵਿੱਚ ਵਿਆਪਕ ਹੈ, ਉਹਨੂੰ ਕਹਿੰਦੇ ਨੇ ਪੁਰਖ। ਕਰਨ ਤੋਂ ਬਾਅਦ ਇਸ ਸਾਰੀ ਪ੍ਰਕਿਰਤੀ ਨੂੰ ਫਿਰ ਇਹਦੇ ਵਿੱਚ ਵਸਦਾ। ਆਪੀ ਨੇ ਆਪ ਸਾਜਿਓ, ਆਪੀ ਨੇ ਰਚਿਓ ਨਾਓ, ਦੂਈ ਕੁਦਰਤ ਸਾਜੀ ਹੈ, ਕਰ ਆਸਣ ਡਿਠੋ ਚਾਓ। ਇਹ ਸਾਰੇ ਜਗਤ ਨੂੰ ਬਣਾ ਕੇ ਫਿਰ ਇਹਦੇ ਵਿੱਚ ਉਹ ਵਸਦਾ ਵੀ ਹੈ। ਇਹੋ ਜਗ ਸੱਚੇ ਕੀ ਹੈ ਕੋਠੜੀ, ਸੱਚੇ ਕਾ ਵਿੱਚ ਵਾਸ। ਇਹ ਸਾਰਾ ਜਗਤ ਉਹਨੇ ਆਪਣੀ ਕੋਠੜੀ ਰਚੀ ਹੈ, ਫਿਰ ਇਹਦੇ ਵਿੱਚ ਵਸਦਾ ਵੀ। ਇਸ ਕਰਕੇ ਉਹਨੂੰ ਕਹਿੰਦੇ ਨੇ ਪੁਰਖ, ਜੋ ਸਾਰਿਆਂ ਵਿੱਚ ਪੂਰਿਆ ਹੋਇਆ। ਦੂਸਰਾ ਅਰਥ ਇਦਾਂ ਵੀ ਪੁਰਖ ਦਾ ਮਹਾਂਪੁਰਖਾਂ ਨੇ ਕੀਤਾ ਪੂਰਨੇ ਵਾਲਾ, ਭਰਨ ਵਾਲਾ। ਉਹ ਸਾਨੂੰ ਸਾਰਿਆਂ ਨੂੰ ਪੂਰਨੇ ਵਾਲਾ, ਭਰਨ ਵਾਲਾ ਹੈ। ਯਾਨੀ ਕਿ ਅਸੀਂ ਸਭ ਉਹਦੀਆਂ ਇਸਤਰੀਆਂ ਹਾਂ, ਔਰ ਉਹ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਸਾਡਾ ਪੁਰਖ ਪਤੀ ਹੈ। ਹਾਂਜੀ, ਨਿਰਭਉ। ਉਹ ਨਿਰਭਉ ਹੈ, ਉਹਨੂੰ ਡਰ ਨਹੀਂ ਹੈ ਕਿਸੇ ਦਾ। ਉਹ ਭਉ ਨਹੀਂ ਮੰਨਦਾ ਕਿਸੇ ਦਾ। ਕਿਉਂ ਮੰਨੇ ਭਉ? ਕਿਉਂਕਿ ਉਹਦੇ ਤੋਂ ਕੋਈ ਵੱਡਾ ਹੈ ਹੀ ਨਹੀਂ ਜਿਹਦਾ ਭਉ ਮੰਨੇ। ਉਹ ਨਿਰਭਉ ਹੈ, ਕਿਸੇ ਨਾਲ ਵੀ ਕਿਸੇ ਦਾ ਵੀ ਭੈ ਤੇ ਖੌਫ ਉਹਦੇ ਅੰਦਰ ਨਹੀਂ। ਨਿਰਭਉ। ਹਾਂਜੀ, ਨਿਰਵੈਰ। ਉਹ ਕੱਲਾ ਨਿਰਭਉ ਹੀ ਨਹੀਂ ਹੈ, ਉਹ ਨਿਰਵੈਰ ਵੀ ਹੈ। ਜਿਨ੍ਹਾਂ ਦਾ ਕਿਸੇ ਨਾਲ ਵੈਰ ਵਿਰੋਧ ਹੋਵੇ ਉਹਨਾਂ ਨੂੰ ਡਰ ਵੀ ਹੁੰਦਾ। ਉਹਦਾ ਕਿਸੇ ਨਾਲ ਵੈਰ ਨਹੀਂ, ਇਸ ਕਰਕੇ ਉਹ ਨਿਰਭਉ ਵੀ ਹੈ। ਨਿਰਵੈਰ, ਕਿਸੇ ਨਾਲ ਵੀ ਉਹਦਾ ਵੈਰ ਵਿਰੋਧ ਨਹੀਂ। ਉਹ ਕਹਿੰਦਾ ਮੈਂ ਵੈਰ ਕਰਾਂ ਕਿਹਦੇ ਨਾਲ, ਜਦੋਂ ਸਭ ਕੁਝ ਮੇਰੀ ਹੀ ਅੰਸ਼ ਤੋਂ ਪੈਦਾ ਹੋਇਆ। ਆਪਣੀ ਅੰਸ਼ ਨਾਲ ਕਿਵੇਂ ਵੈਰ ਕਰੇ, ਜਦੋਂ ਹੈ ਹੀ ਆਪ ਸਭ ਪਾਸੇ। ਉਹ ਆਪ ਹੀ ਆਪ ਹੈ, ਦੂਜਾ ਉਹਦੇ ਤੋਂ ਬਿਨਾਂ ਕੋਈ ਹੈ ਹੀ ਕੋਈ ਨਹੀਂ। ਤੇ ਜੇ ਕੋਈ ਦੂਜਾ ਹੈ ਹੀ ਨਹੀਂ ਤੇ ਫਿਰ ਵੈਰ ਕਿਹਦੇ ਨਾਲ ਕਰੇ? ਕੋਈ ਦੂਜਾ ਹੋਵੇ ਤੇ ਉਹਦੇ ਨਾਲ ਵੈਰ ਕਰੇ। ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਕਿਉਂਕਿ ਪਹਿਲਾਂ ਉੱਤੇ ਕਹਿ ਆਏ ਨੇ ਇੱਕ, ਜੇ ਹੈ ਹੀ ਉਹ ਇੱਕ ਆਪ ਹੀ ਆਪ, ਕੋਈ ਦੂਜਾ ਹੈ ਹੀ ਕੋਈ ਨਹੀਂ, ਤੇ ਫਿਰ ਵੈਰ ਕਿਹਦੇ ਨਾਲ ਉਹਦਾ? ਇਸ ਕਰਕੇ ਉਹ ਨਿਰਵੈਰ ਹੈ। ਅਕਾਲ ਮੂਰਤ। ਅਕਾਲ ਮੂਰਤ, ਉਹਦੀ ਮੂਰਤ, ਉਹਦੀ ਹਸਤੀ, ਉਹਦਾ ਵਜੂਦ ਅਕਾਲ, ਕਾਲ ਤੋਂ ਰਹਿਤ ਹੈ। ਸदैवी ਰਹਿਣ ਵਾਲੀ ਉਹਦੀ ਹਸਤੀ ਹੈ। ਉਹ ਕਾਲ ਦਾ ਵੀ ਕਾਲ, ਮਹਾਕਾਲ ਹੈ। ਕਲਗੀਧਰ ਪਾਤਸ਼ਾਹ ਨੇ ਇਸੇ ਅਕਾਲ ਨੂੰ ਮਹਾਕਾਲ ਲਿਖਿਆ ਆਪਣੀ ਬਾਣੀ 'ਚ, ਦਸਮ ਗ੍ਰੰਥ ਸਾਹਿਬ 'ਚ। ਮਹਾਕਾਲ ਕੀ ਜੇ ਸਰਨ ਪਰੇ ਸੋ ਲਏ ਬਚਾਏ। ਮਹਾਕਾਲ ਦਾ ਮਤਲਬ ਵੀ ਅਕਾਲ ਹੀ ਹੈ, ਜਿਹੜਾ ਕਾਲ ਨੂੰ ਵੀ ਖਾ ਜਾਏ। ਕਾਲ ਦਾ ਵੀ ਕਾਲ, ਮਹਾਕਾਲ। ਉਹ ਅਕਾਲ ਮੂਰਤ, ਉਹਦੀ ਮੂਰਤ, ਉਹਦੀ ਹਸਤੀ, ਉਹ ਅਕਾਲ ਹੈ, ਕਾਲ ਤੋਂ ਰਹਿਤ ਹੈ। ਆਜੂਨੀ ਸੈਭੰ। ਉਹ ਜੂਨੀਆਂ ਤੋਂ ਰਹਿਤ ਹੈ, ਕਿਸੇ ਦੀ ਵੀ ਜੂਨੀ 'ਚ ਨਹੀਂ ਆਉਂਦਾ। 84 ਲੱਖ ਜੂਨੀਆਂ ਉਹਦੇ ਤੋਂ ਆਈਆਂ ਹਨ, ਪਰ ਉਹ ਆਪ ਕਿਸੇ ਜੂਨੀ ਤੋਂ ਪੈਦਾ ਨਹੀਂ ਹੁੰਦਾ। ਅਜੂਨੀ ਸੈਭੰ, ਸਵਤੇ ਪ੍ਰਕਾਸ਼ ਹੈ, ਉਹਨੂੰ ਕਿਸੇ ਨੇ ਬਣਾਇਆ ਨਹੀਂ ਹੈ, ਉਹ ਖੁਦ ਆਪਣੇ ਆਪ ਤੋਂ ਆਪ ਹੀ ਬਣਿਆ ਹੈ। ਹਾਂਜੀ, ਗੁਰ ਪ੍ਰਸਾਦ। ਗੁਰੂ ਦੀ ਕਿਰਪਾ ਨਾਲ ਉਹਦੀ ਪ੍ਰਾਪਤੀ ਹੁੰਦੀ ਹੈ। ਗੁਰ ਪ੍ਰਸਾਦ, ਜਦੋਂ ਸਤਿਗੁਰੂ ਗੁਰੂ ਨਾਨਕ ਸਾਹਿਬ ਕਿਰਪਾ ਕਰਦੇ ਨੇ, ਫਿਰ ਉਸ ਪਾਰ ਬ੍ਰਹਮ ਪਰਮੇਸ਼ਰ ਦੇ ਸਰੂਪ ਦੀ ਪ੍ਰਾਪਤੀ ਹੁੰਦੀ ਹੈ। ਇਹ ਮੰਗਲਾਚਰਨ ਕਰਕੇ ਮਹਾਰਾਜ ਜੀ ਅੱਗੇ ਸਿਰਲੇਖ ਲਿਖਦੇ ਹਨ ਸ਼ਬਦ ਦਾ। ਰਾਗ ਸੂਹੀ ਮਹੱਲਾ ਪਹਿਲਾ। ਚਾਉ ਪਦੇ ਘਰ ਪਹਿਲਾ। ਰਾਗ ਸੂਹੀ ਹੈ, ਮਹੱਲਾ ਪਹਿਲਾ। ਪਹਿਲੇ ਪਾਤਸ਼ਾਹ ਧੰਨ ਗੁਰੂ ਨਾਨਕ ਦੇਵ ਸਾਹਿਬ ਜੀ ਦਾ ਉਚਾਰਨ ਕੀਤਾ ਹੋਇਆ ਪਵਿੱਤਰ ਸ੍ਰੀ ਮੁਖਵਾਕ ਸ਼ਬਦ ਹੈ ਚਾਉ ਪਦੇ। 4 ਪਦੇ ਨੇ ਇਸ ਸ਼ਬਦ ਦੇ। ਘਰ ਪਹਿਲਾ, ਪਹਿਲੇ ਘਰ ਸੁਰਤਾਲ ਵਿੱਚ ਇਸ ਪਵਿੱਤਰ ਪਾਵਨ ਸ਼ਬਦ ਨੂੰ ਗਾਇਨ ਕਰਨ ਦਾ ਹੁਕਮ ਹੈ, ਔਰ ਗੁਰਦੇਵ ਜੀ ਉਪਦੇਸ਼ ਬਖਸ਼ਿਸ਼ ਕਰਦੇ ਹਨ।
ਭਾਂਡਾ ਧੋਏ ਬੈਸ ਧੂਪ ਦੇਵਹੁ, ਤਉ ਦੁੱਧ ਹੈ ਕਉ ਜਾਵਹੁ। ਗੁਰਦੇਵ ਜੀ ਹੁਕਮ ਕਰਦੇ ਨੇ ਸਾਨੂੰ ਸਾਰਿਆਂ ਨੂੰ ਕਿ ਜੇ ਗੁਰੂ ਦੀ ਸ਼ਰਨ 'ਚ ਜਾ ਕੇ ਗੁਰੂ ਦਾ ਉਪਦੇਸ਼ ਲੈਣਾ ਹੈ ਤਾਂ ਉਹਦੇ ਤੋਂ ਪਹਿਲਾਂ ਭਾਂਡਾ ਤਿਆਰ ਕਰੋ। ਜੇ ਦੁੱਧ ਪਾਉਣਾ ਭਾਂਡੇ ਵਿੱਚ ਤੇ ਪਹਿਲਾਂ ਭਾਂਡਾ ਸਾਫ਼ ਕਰਨਾ ਪੈਂਦਾ, ਉਹਨੂੰ ਸਵੱਛ ਕਰਨਾ ਪੈਂਦਾ, ਫਿਰ ਉਹਦੇ 'ਚ ਦੁੱਧ ਪਾਓ ਤੇ ਫਿਰ ਉਹ ਦੁੱਧ ਖਰਾਬ ਨਹੀਂ ਹੁੰਦਾ। ਜੇ ਮੈਲੇ ਕੁਚੈਲੇ ਭਾਂਡੇ 'ਚ ਦੁੱਧ ਪਾ ਦਿਓ ਤੇ ਦੁੱਧ ਖਰਾਬ ਹੋ ਜਾਂਦਾ। ਇਸ ਕਰਕੇ ਭਾਈ ਪਹਿਲਾਂ ਆਪਣੇ ਅੰਤਸ਼ਕਰਨ ਦੇ ਭਾਂਡੇ ਨੂੰ ਧੋਵੋ। ਭਾਂਡਾ ਧੋਏ, ਅੰਤਸ਼ਕਰਨ ਦੇ ਭਾਂਡੇ ਨੂੰ ਧੋਣਾ। ਪੁੱਛਿਆ ਜੀ ਉਹ ਕਿਵੇਂ ਧੁੱਪਦਾ ਹੈ? ਅੰਤਸ਼ਕਰਨ ਦਾ ਭਾਂਡਾ ਸਾਫ਼ ਕਿਵੇਂ ਹੁੰਦਾ? ਜਿਹਨੂੰ ਜਨਮਾਂ ਜਨਮਾਂ ਦੀ ਮੈਲ ਲੱਗੀ ਆ, ਉਹ ਮੈਲ ਧੁੱਪਦੀ ਕਿਵੇਂ ਹੈ ਜੀ? ਉਹਦੀ ਨਿਰਵਿਰਤੀ ਕਿਵੇਂ ਹੁੰਦੀ ਹੈ ਜੀ? ਤਾਂ ਉਹਦੀ ਨਿਰਵਿਰਤੀ ਦਾ ਕੇਵਲ ਇੱਕੋ ਇੱਕ ਸਾਧਨ ਹੈ, ਨਿਸ਼ਕਾਮ ਕਰਮ ਕਰਨੇ। ਅੰਤਸ਼ਕਰਨ ਦੀ ਸ਼ੁੱਧੀ ਕਿਵੇਂ ਹੁੰਦੀ? ਨਿਸ਼ਕਾਮ ਕਰਮ ਕੀਤੇ ਆ। ਜਦੋਂ ਤੁਸੀਂ ਨਿਸ਼ਕਾਮ ਹੋ ਕੇ ਬਾਣੀ ਪੜ੍ਹਨ ਲੱਗ ਪਓ, ਕੋਈ ਕਾਮਨਾ ਹੋਵੇ ਹੀ ਨਾ, ਬਸ ਬਾਣੀ ਪੜ੍ਹ ਰਹੇ ਹੋ। ਨਿਸ਼ਕਾਮ ਹੋ ਕੇ ਗੁਰੂ ਘਰ ਆਉਣ ਲੱਗ ਪਓ, ਕੋਈ ਕਾਮਨਾ ਹੋਵੇ ਹੀ ਨਾ ਮਨ 'ਚ। ਨਿਸ਼ਕਾਮ ਹੋ ਕੇ ਭਾਂਡੇ ਮਾਂਜ ਲਓ, ਨਿਸ਼ਕਾਮ ਹੋ ਕੇ ਜੋੜੇ ਝਾੜ ਲਓ, ਨਿਸ਼ਕਾਮ ਹੋ ਕੇ ਝਾੜੂ ਫੇਰ ਲਓ, ਨਿਸ਼ਕਾਮ ਹੋ ਕੇ ਕਿਸੇ ਨੂੰ ਭੋਜਨ ਛਕਾ ਦਿਓ। ਇਹ ਸਾਰੇ ਕਰਮ ਨਿਸ਼ਕਾਮ ਕਰਮ ਨੇ। ਜਦੋਂ ਕਾਮਨਾ ਤੋਂ ਰਹਿਤ ਹੋ ਕੇ ਕਰਮ ਕਰਾਂਗੇ ਨਿਸ਼ਕਾਮ ਹੋ ਕੇ, ਫਿਰ ਅੰਤਸ਼ਕਰਨ ਦੀ ਸ਼ੁੱਧੀ ਹੋਵੇਗੀ, ਫਿਰ ਭਾਂਡਾ ਧੋਤਾ ਜਾਏਗਾ। ਜਦੋਂ ਅਸੀਂ ਕਾਮਨਾ ਰੱਖ ਕੇ ਕੋਈ ਕਰਮ ਕਰਦੇ ਹਾਂ ਤੇ ਉਹ ਕਾਮਨਾ ਦੀ ਪੂਰਤੀ ਹੋ ਜਾਂਦੀ ਹੈ, ਪਰ ਅੰਤਸ਼ਕਰਨ ਸ਼ੁੱਧ ਨਹੀਂ ਹੁੰਦਾ। ਅੰਤਸ਼ਕਰਨ ਮਲੀਨ ਦਾ ਮਲੀਨ ਹੀ ਰਹਿੰਦਾ ਹੈ। ਇਸ ਕਰਕੇ ਸੇਵਾ ਕਰਤ ਹੋਏ ਨਿਹਕਾਮੀ ਦਾ ਸਿਧਾਂਤ ਹੈ ਕਿ ਸੇਵਾ ਸਿਮਰਨ ਕਰਦਿਆਂ ਨਿਸ਼ਕਾਮ ਹੋ ਜਾਓ। ਜਦੋਂ ਨਿਸ਼ਕਾਮ ਹੋ ਕੇ ਕਰਮ ਕਰੋਗੇ, ਫਿਰ ਭਾਂਡਾ ਧੋਏ, ਫਿਰ ਤੁਹਾਡੇ ਅੰਤਸ਼ਕਰਨ ਦਾ ਭਾਂਡਾ ਧੁੱਪੇਗਾ। ਜਦੋਂ ਭਾਂਡਾ ਧੁੱਪ ਜਾਏ, ਪੁਰਾਣੇ ਸਮਿਆਂ ਦੇ ਵਿੱਚ ਮਾਤਾਵਾਂ ਭੈਣਾਂ ਬੀਬੀਆਂ ਜਦੋਂ ਭਾਂਡਾ ਦੁੱਧ ਵਾਲਾ ਧੋਂਦੀਆਂ, ਫਿਰ ਉਹਦੇ 'ਚ ਧੂਪ ਧੁਖਾ ਲੈਂਦੀਆਂ ਕਿ ਭਾਂਡੇ ਦੇ ਵਿੱਚੋਂ ਕਿਸੇ ਤਰ੍ਹਾਂ ਦੀ ਸਮੈਲ ਨਾ ਆਵੇ, ਬਦਬੂ ਨਾ ਆਵੇ। ਉਹਦੇ ਵਿੱਚ ਉਹ ਧੂਪ ਧੁਖਾ ਕੇ ਤੇ ਭਾਂਡੇ ਨੂੰ ਐਨ ਪਵਿੱਤਰ ਕਰਕੇ ਰੱਖਦੀਆਂ ਵੀ ਇਹਦੇ 'ਚ ਦੁੱਧ ਪਾਉਣਾ, ਦੁੱਧ ਅੰਮ੍ਰਿਤ ਤੁਲ ਹੁੰਦਾ ਹੈ। ਕਹਿੰਦੇ ਬੈਸ ਧੂਪ ਦੇਵ, ਤੁਸੀਂ ਕਿਹੜੀ ਧੂਪ ਦੇਣੀ ਆ ਆਪਣੇ ਅੰਤਸ਼ਕਰਨ ਦੇ ਭਾਂਡੇ ਨੂੰ? ਜਦੋਂ ਧੋ ਲਿਆ, ਧੋਣ ਤੋਂ ਬਾਅਦ ਇਹਨੂੰ ਧੂਪ ਦਿਖਾਉਣੀ ਹੈ। ਕਿਹੜੀ? ਸ਼ੁਭ ਵਾਸ਼ਨਾਵਾਂ ਦੀ। ਬੈਸ ਧੂਪ ਦੇਵ ਉਹਦਾ ਮਤਲਬ ਹੁੰਦਾ ਕਿ ਸ਼ੁਭ ਵਾਸ਼ਨਾਵਾਂ ਦੀ ਧੂਪ ਦਿਖਾਣੀ ਹੈ। ਸ਼ੁਭ ਵਾਸ਼ਨਾਵਾਂ ਹਿਰਦੇ 'ਚ ਧਾਰਨ ਕਰਨੀਆਂ, ਮਲਨ ਵਾਸ਼ਨਾ ਨਹੀਂ ਰੱਖਣੀ। ਮਲੀਨ ਵਾਸ਼ਨਾ ਕਦੇ ਵੀ ਹਿਰਦੇ 'ਚ ਉਤਪੰਨ ਨਾ ਹੋਵੇ। ਸ਼ੁਭ ਵਾਸ਼ਨਾ, ਭਲੀ ਵਾਸ਼ਨਾ, ਉਹ ਧੂਪ ਆਪਣੇ ਅੰਦਰ ਧੁਖਾਉਣੀ ਹੈ। ਤਉ ਦੁੱਧ ਹੈ ਕੋ ਜਾਵੋ, ਫਿਰ ਗੁਰੂ ਦੀ ਸ਼ਰਨ 'ਚ ਗੁਰੂ ਦੇ ਉਪਦੇਸ਼ ਰੂਪੀ ਦੁੱਧ ਨੂੰ ਲੈਣ ਜਾਣਾ। ਜਦੋਂ ਭਾਂਡਾ ਤਿਆਰ ਹੋ ਜਾਏਗਾ, ਸਾਫ਼ ਸੁਥਰਾ ਹੋ ਜਾਏਗਾ, ਫਿਰ ਦੁੱਧ ਵਾਸਤੇ ਜਾਓ। ਤੇ ਦੁੱਧ ਕਿਹੜਾ ਉਹ ਦੱਸਦੇ ਹਨ। ਦੁੱਧ ਕਰਮ ਫੁਨ ਸੁਰਤ ਸਮਾਇਣਾ, ਹੋਏ ਨਿਰਾਸ ਜਮਾਵਹੁ। ਦੁੱਧ ਹੈ ਗੁਰੂ ਸਾਹਿਬ ਜੀ ਵੱਲੋਂ ਦਿੱਤਾ ਹੋਇਆ ਉਪਦੇਸ਼ ਕਿ ਮਹਾਰਾਜ ਜੀ ਜਦੋਂ ਦੱਸਦੇ ਆ, ਸਿੱਖਾ ਆ ਕਰਮ ਕਰਨੇ ਆ ਤੂੰ। ਗੁਰੂ ਉਪਦੇਸ਼ ਦੁਆਰਾ ਜਿਹੜੇ ਕਰਮ ਸਤਿਗੁਰਾਂ ਨੇ ਕਰਨ ਨੂੰ ਕਹੇ ਨੇ, ਉਹ ਕਰਨੇ। ਇਹਨੂੰ ਕਹਿੰਦੇ ਆ ਦੁੱਧ। ਇਹ ਆ ਦੁੱਧ ਜਿਹੜਾ ਇਸ ਭਾਂਡੇ 'ਚ ਪਾਉਣਾ। ਜੋ ਗੁਰੂ ਨੇ ਕਹਿ ਦਿੱਤਾ ਉਹ ਕਰਨਾ। ਗੁਰ ਕਹਿਆ ਸਾਕਾਰ ਕਬਾਵੋ, ਗੁਰ ਕੀ ਕਰਨੀ ਕਾਹੇ ਤਾਵੋ। ਜੋ ਗੁਰੂ ਨੇ ਕਹਿ ਦਿੱਤਾ ਉਹ ਕਰਨਾ। ਸਤਿਗੁਰਾਂ ਦਾ ਹੁਕਮ ਅੰਮ੍ਰਿਤ ਵੇਲੇ ਉੱਠਣ ਦਾ, ਨਿਤਨੇਮ ਕਰਨ ਦਾ, ਗੁਰਬਾਣੀ ਪੜ੍ਹਨ ਦਾ, ਗੁਰੂ ਘਰ ਜਾਣ ਦਾ, ਸੇਵਾ ਕਰਨ ਦਾ, ਸਿਮਰਨ ਕਰਨ ਦਾ, ਪਰਉਪਕਾਰ ਕਰਨ ਦਾ, ਧਰਮ ਯੁੱਧ ਲੜਨ ਦਾ, ਇਹ ਸਤਿਗੁਰਾਂ ਦਾ ਹੁਕਮ ਹੈ। ਇਹ ਜਿਹੜੇ ਕਰਮ ਨੇ, ਇਹ ਦੁੱਧ ਹੈ।
ਇਹ ਦੁੱਧ ਪਾਉਣਾ ਫਿਰ ਇਹ ਸੰਤਸ਼ ਕਰਨ ਵਿੱਚ। ਤੇ ਜਦੋਂ ਦੁੱਧ ਪਾ ਲਿਆ ਭਾਂਡੇ 'ਚ, ਫਿਰ ਇਹਨੂੰ ਜਮਾਉਣਾ। ਜਮਾਉਣ ਵਾਸਤੇ ਕੀ ਕਰਨਾ ਪੈਂਦਾ? ਜਾਗ ਲਾਣਾ ਪੈਂਦਾ। ਇਹਦੇ ਵਿੱਚ ਜਾਗ ਲਾਉਣੀ ਆ। ਕਹਿੰਦੇ ਜਾਗ ਕਿਹੜੀ? ਸੁਰਤ ਸਮਾਇਣ। ਸਤਿਗੁਰਾਂ ਵੱਲੋਂ ਦੱਸੇ ਗਏ ਕਰਮਾਂ ਨਾਲ ਪ੍ਰੀਤ ਕਰਨੀ, ਪ੍ਰੇਮ ਕਰਨਾ, ਪ੍ਰੇਮ ਨਾਲ ਅੰਮ੍ਰਿਤ ਵੇਲੇ ਉੱਠਣਾ, ਪ੍ਰੇਮ ਨਾਲ ਗੁਰੂ ਘਰ ਜਾਣਾ, ਪ੍ਰੇਮ ਨਾਲ ਗੁਰਬਾਣੀ ਪੜ੍ਹਨੀ, ਪ੍ਰੇਮ ਨਾਲ ਸੇਵਾ ਕਰਨੀ ਕਿ ਮੇਰੇ ਗੁਰੂ ਦਾ ਹੁਕਮ ਹੈ ਤਾਂ ਕਰ ਰਿਹਾ। ਕਹਿੰਦੇ ਜਦੋਂ ਪ੍ਰੇਮ ਸਹਿਤ ਇਹ ਕਰਮ ਕਰੋਗੇ ਤੇ ਸਮਝ ਲਓ ਵੀ ਇਸ ਦੁੱਧ ਨੂੰ ਜਾਗ ਲੱਗ ਗਈ। ਸੁਰਤ ਦਾ ਮਤਲਬ ਹੁੰਦਾ ਸ੍ਰੇਸ਼ਟ ਪ੍ਰੀਤੀ ਕਰਨੀ। ਗੁਰੂ ਸਾਹਿਬ ਵੱਲੋਂ ਦੱਸੇ ਕਰਮਾਂ ਦੇ ਨਾਲ ਸ੍ਰੇਸ਼ਟ ਪ੍ਰੀਤੀ ਕਰਨੀ। ਉਹ ਸ੍ਰੇਸ਼ਟ ਪ੍ਰੀਤ ਦੇ ਸਹਿਤ ਕਰਮ ਕਰਨੇ, ਉਹਨੂੰ ਕਹਿੰਦੇ ਆ ਜਾਗ ਲੱਗ ਗਈ। ਜਦੋਂ ਜਾਗ ਲਾ ਦਿੰਦੀਆਂ ਮਾਈਆਂ ਬੀਬੀਆਂ, ਫਿਰ ਭਾਂਡੇ ਨੂੰ ਜੇ ਸਿਆਲਾਂ ਦੇ ਦਿਨ ਹੋਣ ਤੇ ਆਲੇ ਦੁਆਲਿਓਂ ਕੱਜ ਕੇ ਕਿਸੇ ਨਿੱਘੇ ਕੱਪੜੇ ਨਾਲ ਧਿਆਨ ਨਾਲ ਰੱਖਦੀਆਂ ਵੀ ਜੰਮ ਜਾਏ ਦੁੱਧ। ਤੋ ਕਹਿੰਦੇ ਹੋਏ ਨਿਰਾਸ ਜਮਾਵੋ। ਕਹਿੰਦੇ ਹੁਣ ਇਹਨੂੰ ਜਮਾਉਣਾ ਕਿਵੇਂ ਹੈ? ਸੰਸਾਰ ਵੱਲੋਂ ਉਪਰਾਮ ਹੋ ਜਾਓ, ਨਿਰਾਸ ਹੋ ਕੇ ਫਿਰ ਇਹਨੂੰ ਜਮਾਓ। ਸੰਸਾਰ ਵੱਲੋਂ ਨਿਰਾਸ ਹੋ ਜਾਣਾ, ਜਿਹਨੂੰ ਕਹਿੰਦੇ ਉਪਰਾਮਤਾ ਦੀ ਬਿਰਤੀ, ਜਿਹਨੂੰ ਕਹਿੰਦੇ ਵਿਰਾਗ ਦੀ ਅਵਸਥਾ। ਸੰਸਾਰ ਵੱਲੋਂ ਵਿਰਾਗ ਧਾਰਨ ਕਰ ਲੈਣਾ, ਸੰਸਾਰ ਵੱਲੋਂ ਉਪਰਾਮਤਾ ਧਾਰਨ ਕਰ ਲੈਣੀ। ਮਨ ਵਿਰਾਗ ਭਇਆ ਦਰਸ਼ਨ ਦੇਖਣਾ ਕਾ ਚਾਓ। ਇਦਾਂ ਆਪਣੇ ਹਿਰਦੇ 'ਚ ਵਿਰਾਗ ਦੀ ਅਵਸਥਾ ਨੂੰ ਧਾਰਨ ਕਰਨਾ, ਸੰਸਾਰ ਵੱਲੋਂ ਉਪਰਾਮ ਹੋ ਜਾਣਾ, ਇਹ ਫਿਰ ਦੁੱਧ ਜੰਮ ਜਾਂਦਾ ਹੈ। ਹਾਂਜੀ। ਜਪੋ ਤਾ ਏਕੋ ਨਾਮਾ। ਪਾਤਸ਼ਾਹ ਕਹਿੰਦੇ ਜੇ ਜਪਣਾ ਤੇ ਫਿਰ ਇੱਕ ਅਕਾਲ ਪੁਰਖ ਦਾ ਨਾਮ ਜਪੋ। ਜਪੋ ਤਾ ਏਕੋ ਨਾਮਾ, ਜਪੋ ਤਾ ਏਕੋ ਨਾਮਾ। 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 ਇਹ ਭਾਈ ਜਪਣਾ ਤਾਂ ਇੱਕ ਨਾਮ ਜਪੋ। ਅਕਾਲ ਪੁਰਖ ਜੀ ਦਾ, ਵਾਹਿਗੁਰੂ ਜੀ ਦਾ ਨਾਮ ਜਪਣਾ ਕਰੋ। ਆਵਰ ਨਿਰਾਫਲ ਕਾਮਾ। ਉਹਦੇ ਨਾਮ ਦੇ ਜਪਣ ਤੋਂ ਬਾਅਦ ਵਿੱਚ, ਉਹਦੇ ਨਾਮ ਜਪੇ ਤੋਂ ਬਿਨਾਂ ਬਾਕੀ ਹੋਰ ਜਿੰਨੇ ਵੀ ਅਸੀਂ ਕੰਮ ਕਰਦੇ ਆਂ ਸਭ ਨਿਰਾਫਲ ਨੇ, ਜਿਨ੍ਹਾਂ ਦਾ ਸਾਨੂੰ ਕੋਈ ਫਲ ਨਹੀਂ ਮਿਲਣਾ ਪਰਮਾਰਥ ਦੇ ਰਾਹ ਤੇ। ਸਭ ਜ਼ੀਰੋ ਨੇ ਜਿੰਨੇ ਵੀ ਕਰਮ ਨੇ ਨਾਮ ਜਪੇ ਬਿਨਾ। ਨਾਮ ਜਪ ਕੇ ਉਹਨਾਂ ਜ਼ੀਰੋਆਂ ਦਾ ਮੁੱਲ ਪੈਣਾ। ਜੇ ਪਹਿਲਾਂ ਇੱਕ ਲੱਗੇਗਾ ਤੇ ਜ਼ੀਰੋ ਦਾ ਮੁੱਲ ਹੈ। ਕੱਲੀ ਲਿਖੀ ਜ਼ੀਰੋ ਦਾ ਕੋਈ ਮੁੱਲ ਨਹੀਂ ਪੈਣਾ, ਜਿੰਨੀਆਂ ਮਰਜ਼ੀ ਲਿਖੀ ਜਾਈਏ। ਅਕਾਲ ਪੁਰਖ ਵਾਹਿਗੁਰੂ ਪਾਰ ਬ੍ਰਹਮ ਪਰਮੇਸ਼ਰ ਦਾ ਨਾਮ ਜਪੋ। ਉਹਦੇ ਨਾਮ ਜਪੇ ਬਿਨਾ ਬਾਕੀ ਜਿੰਨੇ ਵੀ ਕਰਮ ਅਸੀਂ ਸੰਸਾਰ ਦੇ ਕਰ ਰਹੇ ਹਾਂ, ਪਾਤਸ਼ਾਹ ਕਹਿੰਦੇ ਉਹ ਨਿਰਾਫਲ ਕੰਮ ਨੇ। ਅਵਰ ਕਾਜ ਤੇਰਾ ਕਿਤੈ ਨਾ ਕਾਮ, ਮਿਲ ਸਾਧ ਸੰਗਤ ਭਜ ਕੇਵਲ ਨਾਮ। ਸਭ ਕਰਮ ਵਿਅਰਥ ਨੇ, ਕੇਵਲ ਇੱਕੋ ਨਾਮ ਜਪਣਾ ਹੀ ਸਫਲ ਹੈ। ਰਹਾਉ ਇਹੋ ਮਨ ਈਟੇ ਹਾਥ ਕਰੋ ਫੁਨ, ਨੇਤਰੋ ਨੀਂਦ ਨ ਆਵੇ। ਜਦੋਂ ਦੁੱਧ ਜੰਮ ਜਾਏ, ਦਹੀਂ ਬਣ ਜਾਏ, ਫਿਰ ਉਹਨੂੰ ਰਿੜਕਦੇ ਆ ਘਿਓ ਕੱਢਣ ਲਈ। ਰਿੜਕਣ ਵਾਸਤੇ ਚਾਹੀਦੀ ਆ ਮਧਾਣੀ। ਮਧਾਣੀ ਦੇ ਵਿੱਚ ਪਈ ਹੁੰਦੀ ਆ ਰੱਸੀ। ਰੱਸੀ ਦੇ ਦੋ ਸਿਰਿਆਂ ਦੇ ਉੱਤੇ 1.5 2 ਇੰਚ ਦੀਆਂ ਹੁੰਦੀਆਂ ਨੇ ਲੱਕੜ ਦੀਆਂ ਗੁਲੀਆਂ, ਤੇ ਫਿਰ ਉਹਨੂੰ ਪਾਇਆ ਜਾਂਦਾ ਦਹੀਂ 'ਚ ਤੇ ਰਿੜਕਿਆ ਜਾਂਦਾ ਮਧਾਣੀ ਨਾਲ। ਹੁਣ ਤਾਂ ਇਹ ਪਰੰਪਰਾ ਰਹੀ ਨਹੀਂ ਤਾਂ ਅਕਸਰ ਜਿਨ੍ਹਾਂ ਘਰਾਂ ਦੇ ਵਿੱਚ ਦੁੱਧ ਦਹੀਂ ਹੁੰਦਾ ਉਹ ਰੋਜ਼ ਰਿੜਕਦੇ। ਆਪਣਾ ਘਰ ਦਾ ਘਿਓ ਮੱਖਣ ਆਦਿਕ ਜਿਹੜਾ ਉਹ ਕੱਢਦੇ। ਹੁਣ ਤਾਂ
ਜੇ ਕਿਸੇ ਨੇ, ਪਹਿਲੀ ਗੱਲ ਤਾਂ ਜ਼ਿਮੀਂਦਾਰਾਂ ਨੇ ਵੀ ਡੰਗਰ ਵੇਚ ਦਿੱਤੇ ਆ, ਜੇ ਕਿਸੇ ਨੇ ਰੱਖੇ ਨੇ ਤੇ ਉਹ ਵੀ ਜਿਹੜਾ ਦੁੱਧ ਸਾਰਾ ਵੇਚਣ ਦੀ ਬਿਰਤੀ ਰੱਖਦੇ ਆ ਵੀ ਵੇਚ ਦਈਏ, ਥੋੜਾ ਬਹੁਤਾ ਪਾਣੀ ਪੂਣੀ ਪਾ ਕੇ, ਜੇ ਹੋਰ ਵਧਾ ਕੇ। ਘਰ ਦਾ ਨਹੀਂ ਕਹਿੰਦੇ ਕੋਈ ਮੱਖਣ ਘਿਓ ਖਾਣਾ, ਉਹ ਵੀ ਮੁੱਲ ਲੈ ਕੇ ਆਉਂਦੇ, ਭਾਵੇਂ ਘਰ ਡੰਗਰ ਰੱਖੇ ਹੋਣ, ਪਸ਼ੂ ਰੱਖੇ ਹੋਣ। ਇਹੋ ਜਿਹਾ ਵਰਤਾਰੇ ਆਲਸ ਹੈ, ਦਲਿੱਦਰ ਹੈ ਵੀ ਸਭ ਕੁਝ ਬਣਿਆ ਬਣਾਇਆ ਮਿਲੀ ਜਾਏ। ਇਹੋ ਜਿਹਾ ਕਲਯੁਗ ਨੇ ਦਲਿੱਦਰ ਪਾ ਦਿੱਤਾ ਸੰਸਾਰ ਦੇ ਜੀਆਂ ਤੇ। ਨਹੀਂ ਤਾਂ ਪਹਿਲਾਂ ਅਕਸਰ ਸਵਾਣੀਆਂ ਅੰਮ੍ਰਿਤ ਵੇਲੇ ਉੱਠਦੀਆਂ, ਉੱਠ ਕੇ ਇਸ਼ਨਾਨ ਪਾਨ ਕਰਕੇ ਨਾਲੇ ਬਾਣੀ ਪੜ੍ਹੀ ਜਾਣੀ, ਜ਼ੁਬਾਨੀ ਬਾਣੀ ਕੰਠ ਹੁੰਦੀ, ਨਾਲ ਦਹੀਂ 'ਚ ਮਧਾਣੀ ਪਾ ਲੈਣੀ ਤੇ ਰਿੜਕੀ ਜਾਣਾ, ਨਾਲ ਭਜਨ ਕਰੀ ਜਾਣਾ। ਘਰ ਦੇ ਵਿੱਚ ਅੰਮ੍ਰਿਤ ਵੇਲੇ ਇਹੋ ਜਿਹੇ ਮਾਹੌਲ ਹੁੰਦੇ ਘਰਾਂ 'ਚ, ਹੁਣ ਨਹੀਂ ਰਹੇ। ਪਾਤਸ਼ਾਹ ਇੱਥੇ ਕਹਿੰਦੇ ਜਦੋਂ ਦਹੀਂ ਜੰਮ ਗਈ, ਹੁਣ ਆਪਣੇ ਇਸ ਮਨ ਤੇ ਬੁੱਧੀ ਨੂੰ ਈਂਟੀਆਂ ਬਣਾ ਲਓ। ਜਿਵੇਂ ਰੱਸੀ ਦੇ ਦੋ ਸਿਰਿਆਂ ਤੇ ਲੱਕੜ ਦੀਆਂ ਗੁਲੀਆਂ ਹੁੰਦੀਆਂ ਨਾ, ਉਹਨੂੰ ਕਹਿੰਦੇ ਨੇ ਈਂਟੀ। ਇਹੋ ਮਨ ਈਂਟੀ, ਹਾਥ ਕਰੋ ਫੁਨ। ਬੁੱਧੀ ਤੇ ਮਨ, ਇਹ ਦੋ ਚੀਜ਼ਾਂ ਨੇ ਸਾਡੇ ਅੰਦਰ। ਮਨ ਤੇ ਬੁੱਧੀ ਨੂੰ ਈਂਟੀਆਂ ਗੁਲੀਆਂ ਬਣਾ ਲਓ। ਫੜਨਾ ਹੱਥਾਂ ਵਿੱਚ ਹੀ ਪੈਂਦਾ ਨਾ ਗੁਲੀਆਂ ਨੂੰ। ਕਹਿੰਦੇ ਸ਼ਰਧਾ ਤੇ ਨਿਸ਼ਚੈ ਰੂਪੀ ਹੱਥਾਂ 'ਚ ਫੜ ਲਓ। ਸ਼ਰਧਾ ਨਾਲ ਮਨ ਕਾਬੂ ਆਉਂਦਾ ਹੈ, ਨਿਸ਼ਚੈ ਨਾਲ ਬੁੱਧੀ ਕਾਬੂ ਆਉਂਦੀ ਹੈ। ਦੋਨਾਂ ਨੂੰ ਪਕੜ ਲਿਆ, ਸ਼ਰਧਾ ਰੂਪੀ ਹੱਥ ਤੇ ਨਿਸ਼ਚੈ ਰੂਪੀ ਹੱਥਾਂ ਵਿੱਚ, ਇਹਨਾਂ ਦੋਨਾਂ ਗੁਲੀਆਂ ਨੂੰ ਪਕੜ ਲਓ। ਨੇਤਰੋ ਨੀਂਦ ਨਾ ਆਵੇ, ਇਹਦੇ 'ਚ ਰੱਸੀ ਕਿਹੜੀ ਹੈ? ਗੋਲੀਆਂ ਤਾਂ ਹੋ ਗਈਆਂ ਇਹ ਮਨ ਤੇ ਬੁੱਧੀ, ਰੱਸੀ ਕਿਹੜੀ ਹੈ ਇਹਦੇ 'ਚ? ਕਹਿੰਦੇ ਰੱਸੀ ਇਹ ਹੈ ਵੀ ਨੇਤਰਾਂ 'ਚ ਨੀਂਦ ਨਾ ਆਵੇ, ਰੱਬ ਰੱਬ ਕਰਦਿਆਂ, ਆਲਸ ਨਾ ਆਵੇ, ਦਲਿੱਦਰ ਨਾ ਆਵੇ। ਅਕਸਰ ਨਹੀਂ ਤਾਂ ਭਜਨ ਕਰਦਿਆਂ ਦਲਿੱਦਰ ਆਉਂਦਾ, ਅਕਸਰ ਨਹੀਂ ਤਾਂ ਕਈ ਪਾਠ ਪੂਜਾ ਕਰਦਿਆਂ ਸੁਣਦਿਆਂ ਸੋਈ ਜਾਂਦੇ ਆ, ਨਿੰਦਰਾ ਬਸ ਹੋਈ ਜਾਂਦੇ ਹਨ। ਕਥਾ ਹੋ ਰਹੀ ਹੈ, ਕੀਰਤਨ ਹੋ ਰਿਹਾ ਹੈ ਤੇ ਮਹਾਂਪੁਰਖ ਆਪਣੀ ਨੀਂਦ ਪੂਰੀ ਕਰ ਰਹੇ ਹੁੰਦੇ ਆ। ਇਹ ਨੀਂਦ ਨਾ ਆਵੇ ਪਰਮੇਸ਼ਰ ਦਾ ਭਜਨ ਕਰਦਿਆਂ, ਇਹਨੂੰ ਕਹਿੰਦੇ ਆ ਰੱਸੀ ਆ ਵਿੱਚ। ਨੇਤਰੋਂ ਨੀਂਦ ਨਾ ਆਵੇ, ਉਹ ਕਹਿੰਦੇ ਆ ਕਿਵੇਂ ਗਈ ਤੈਨੂੰ ਨੀਂਦ? श्याम सुंदर तज नींद क्यों आई, श्याम सुंदर तज नींद क्यों आई। सोहना रब कोल बैठा होवे ते तेनू ओनू छड्ड के नींद आ जाए, किवें आ गई वो तेनू नींद? महामोहनी दूता लाई, कहते मोहनी माया आ गई, उन्हें आके कान च चुगली जी ला दिती ਤੇ ਜਿਹੜਾ ਸੋਹਣਾ ਰੱਬ ਸੀ ਉਹਨੂੰ ਛੱਡ ਕੇ ਇਹਨੂੰ ਨੀਂਦ ਆ ਗਈ। ਅਵਿਦਿਆ ਦੀ ਨੀਂਦ 'ਚ ਵੀ ਸੁੱਤਾ ਉਦਾਂ ਵੀ ਸੁੱਤਾ ਰਹਿੰਦਾ, ਭਜਨ ਕਰਦਿਆਂ ਨੀਂਦ ਨਹੀਂ ਆਉਂਦੀ, ਨੀਂਦ ਆ ਜਾਂਦੀ ਹੈ। ਤੋ ਪਾਤਸ਼ਾਹ ਕਹਿੰਦੇ ਇਹਦੇ ਵਿੱਚ ਜਿਹੜੀ ਰੱਸੀ ਹੈ ਨਾ ਮਧਾਣੀ 'ਚ, ਉਹ ਹੈ ਨੇਤਰਾਂ 'ਚ ਨੀਂਦ ਨਾ ਆਵੇ। ਨੇਤਰੋਂ ਨੀਂਦ ਨਾ ਆਵੇ, ਰੱਬ ਰੱਬ ਕਰਦਿਆਂ ਭਜਨ ਕਰਦਿਆਂ। ਜੇ ਨੀਂਦ ਆਉਣ ਲੱਗੇ ਤੇ ਕਿੰਨੇ ਸਾਧਨ ਦੱਸਦੇ ਮਹਾਂਪੁਰਖ, ਨਿਤਨੇਮ ਕਰਦੇ ਆ। ਜੇ ਨੀਂਦ ਆਵੇ ਕੀ ਕਰੀਏ? ਜੇ ਨਿਤਨੇਮ ਕਰਦਿਆਂ ਨੀਂਦ ਆਵੇ ਤੇ ਉੱਠ ਖਲੋਵੋ, ਖਲੋ ਕੇ। ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਸਰੀਰ ਬਿਰਧ ਸੀ, ਲੰਮਾ ਸਮਾਂ ਬੈਠ ਨਹੀਂ ਸਨ ਸਕਦੇ। ਪਾਤਸ਼ਾਹ ਨੇ ਇੱਕ ਜੁਗਤੀ ਬਣਾਈ, ਕੰਧ ਦੇ ਵਿੱਚ ਇੱਕ ਕਿੱਲੀ ਗੱਡ ਲਈ ਜਿਹੜੀ ਹੁਣ ਤੱਕ ਹੈ ਗੋਇੰਦਵਾਲ ਸਾਹਿਬ। ਕਿੱਲੀ ਪਕੜ ਲੈਣੀ, ਕਿੱਲੀ ਦੇ ਆਸਰੇ ਖਲੋ ਜਾਣਾ, ਨਾ ਨੀਂਦ ਆਉਣੀ ਤੇ ਨਾ ਸਰੀਰ ਨੇ ਥੱਕਣਾ। ਯਾਨੀ ਕਿ ਜੁਗਤੀ ਦੱਸ ਦਿੱਤੀ ਨਾ ਸਾਧਨਾ ਕਰਨ ਦੀ। ਜੇ ਨੀਂਦ ਆਉਣ ਲੱਗੇ ਬੈਠੇ ਆ ਤੇ ਖਲੋ ਜਾਓ, ਥੋੜਾ ਬਹੁਤਾ ਤੁਰ ਫਿਰ ਕੇ ਭਜਨ ਕਰ ਲਓ, ਤੁਰਦਿਆਂ ਫਿਰਦਿਆਂ ਭਜਨ ਹੋ ਜਾਏ। ਗੱਲ ਤਾਂ ਭਜਨ ਦੀ ਹੈ ਵੀ ਕਰ ਲੈਣਾ ਕਿਸੇ ਵੀ ਤਰੀਕੇ ਹੋਵੇ। ਤੋ ਪਾਤਸ਼ਾਹ ਕਹਿੰਦੇ ਨੇਤਰੋਂ ਨੀਂਦ ਨਾ ਆਵੇ। ਕਈ ਗੁਰਸਿੱਖ ਨਿਤਨੇਮ ਕਰਦੇ
ਬੈੱਡ ਵਾਲੇ ਪਾਸੇ ਸਰਾਣੇ ਵਾਲੇ ਪਾਸੇ ਢਾਸਣਾ ਨਹੀਂ ਲਾਉਂਦੇ। ਉਹ ਕੀ ਕਰਦੇ, ਜਿੱਧਰਲੇ ਪਾਸੇ ਫਰਸ਼ ਆ ਉਸ ਪਾਸੇ ਹੀਂ ਵਾਲੇ ਪਾਸੇ ਮੰਜੇ ਦੇ ਬਹਿ ਜਾਂਦੇ, ਪਿੱਠ ਹੀਂ ਵਾਲੇ ਪਾਸੇ ਕਰ ਲੈਂਦੇ ਵੀ ਜੇ ਨੀਂਦ ਆਈ ਪਿੱਛੇ ਡਿੱਗਾਂਗੇ ਆਪੇ ਹੀ ਨਹੀਂ ਨੀਂਦ ਆਉਂਦੀ। ਜਦੋਂ ਢਾਸਣਾ ਲਾ ਲੈਣਾ ਤੇ ਆਪੇ ਨੀਂਦ ਆਈ ਜਾਣੀ, ਬਦੋ ਬਦੀ ਆ ਜਾਣੀ, ਕਿਉਂਕਿ ਬਾਣੀ ਪੜ੍ਹਦਿਆਂ ਮਨ ਇਕਾਗਰ ਹੁੰਦਾ ਹੈ ਤੇ ਨੀਂਦ ਦਾ ਸੰਬੰਧ ਇਕਾਗਰਤਾ ਨਾਲ ਹੈ। ਜੇ ਤੁਹਾਡੇ ਅੰਦਰ ਇਕਾਗਰਤਾ ਬਣੇਗੀ ਤੇ ਨੀਂਦ ਬਦੋ ਬਦੀ ਆਏਗੀ, ਇਹ ਸੁਭਾਵਿਕ ਹੈ। ਉਹਦੇ ਲਈ ਸਾਧਨਾ ਕਰੋ। ਤੋ ਪਾਤਸ਼ਾਹ ਕਹਿੰਦੇ ਫੁਨ ਨੇਤਰੋ ਨੀਂਦ ਨਾ ਆਵੇ, ਕਿ ਨੀਂਦ ਨਾ ਆਵੇ ਤੈਨੂੰ ਰੱਬ ਰੱਬ ਕਰਦਿਆਂ ਭਜਨ ਕਰਦਿਆਂ। ਇਹ ਕਹਿੰਦੇ ਇਹਦੇ ਚ ਰੱਸੀ ਪਾਈ ਹੋਈ ਹੈ। ਰਸਨਾ ਨਾਮ ਜਪੋ ਤਬ ਮਥੀਐ, ਇਨ ਵਿਦ ਅੰਮ੍ਰਿਤ ਪਾਵੋ। ਮਧਾਣੀ ਪਾ ਲਈ ਆ ਹੁਣ ਦਹੀਂ ਦੇ ਵਿੱਚ, ਮਟਕੀ ਤਿਆਰ ਹੈ, ਭਾਂਡਾ ਤਿਆਰ ਸੀ, ਹੁਣ ਰਿੜਕਣਾ ਸ਼ੁਰੂ ਕਰਨਾ। ਰਿੜਕਣਾ ਕਿਵੇਂ ਹੈ? ਰਸਨਾ ਨਾਮ ਜਪੋ ਤਬ ਮਥੀਐ, 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 ਰਸਨਾ ਨਾਮ ਜਪੋ ਤਬ ਮਥੀਐ। ਕਹਿੰਦੇ ਰਸਨਾ ਨਾਲ ਨਾਮ ਜਪੋ, ਫਿਰ ਰਿੜਕੋ ਇਹਨੂੰ, ਫਿਰ ਰਿੜਕੀ ਜਾਏਗੀ ਇਹ ਦਹੀਂ। ਫਿਰ ਇਹ ਕਹਿੰਦੇ ਦੁੱਧ ਰਿੜਕਿਆ ਜਾਏਗਾ ਜਦੋਂ ਰਸਨਾ ਨਾਲ ਨਾਮ ਜਪੋਗੇ। ਨਾਮ ਜਪਣਾ, ਇਸ ਦੁੱਧ ਨੂੰ ਰਿੜਕਣਾ ਹੈ। ਮਹਾਰਾਜ ਜੀ ਕਹਿੰਦੇ ਭਾਈ ਹਰ ਕਾ ਬਿਲੋਵ ਨਾ ਬਿਲੋਵੋ ਮੇਰੇ ਭਾਈ, ਇਹ ਹਰੀ ਦਾ ਬਿਲੋਵਣਾ ਰਿੜਕਣਾ, ਇਹਨੂੰ ਰਿੜਕੋ। ਸਹਿਜ ਮਥੇ ਜੈਸੇ ਤਤ ਨਾ ਜਾਈ, ਸਹਿਜੇ ਸ਼ਾਂਤੀ ਨਾਲ ਬਹਿ ਕੇ ਭਜਨ ਕਰੋ। ਉੱਠਦਿਆਂ ਬਿਠਦਿਆਂ ਜਦੋਂ ਵੀ ਜਾਣਾ ਸ਼ਾਂਤੀ ਨਾਲ ਭਜਨ ਕਰੋ, ਟਿਕਾ ਨਾਲ। ਕਹਿੰਦੇ ਜਦੋਂ ਭਜਨ ਕਰੋਗੇ ਫਿਰ ਇਹਨੂੰ ਰਿੜਕੋਗੇ, ਰਸਨਾ ਤੋਂ ਜਪੋਗੇ ਜਦੋਂ। ਸਤਿਨਾਮ ਵਾਹਿਗੁਰੂ, 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 ਸਤਿਨਾਮ ਵਾਹਿਗੁਰੂ। ਰਸਨਾ ਨਾਮ ਜਪੋ ਤਬ ਮਥੀਐ, ਰਸਨਾ ਨਾਲ ਨਾਮ ਜਪੋਗੇ ਫਿਰ ਇਹਨੂੰ ਰਿੜਕੋਗੇ। ਜਦੋਂ ਇਹ ਦੁੱਧ ਰਿੜਕਿਆ ਜਾਏਗਾ ਫਿਰ ਇਨ ਬਿਦ ਅੰਮ੍ਰਿਤ ਪਾਵੋ। ਕਹਿੰਦੇ ਇਉਂ ਫਿਰ ਇਹਦੇ ਚੋਂ ਆਤਮ ਤਤ ਰੂਪੀ ਮੱਖਣ ਨਿਕਲੇਗਾ। ਮੱਖਣ ਨਿਕਲੇਗਾ। ਅੰਮ੍ਰਿਤ ਦਾ ਇੱਥੇ ਮਤਲਬ ਹੈ ਨਿਜ ਆਤਮਾ ਦਾ ਸਰੂਪ ਪ੍ਰਗਟ ਹੋਵੇਗਾ। ਜਾਣੋਗੇ ਸਾਡੀ ਆਤਮਾ ਕੀ ਹੈ, ਸਾਡਾ ਸਰੂਪ ਕੀ ਹੈ। ਇਹ ਮਿਲੇਗਾ ਮੱਖਣ, ਇਹ ਘਿਓ ਪ੍ਰਾਪਤ ਹੋਵੇਗਾ ਜਦੋਂ ਰਿੜਕਾਂਗੇ। ਤੋ ਆਤਮ ਸਰੂਪ ਦਾ ਸਾਖਸ਼ਾਤਕਾਰ ਹੋਣਾ, ਜਾਣ ਲੈਣਾ। ਕੋਹੰ ਕੋ ਸੰਸਾਰ ਹੈ, ਕੋਹੰ ਕੋ ਸੰਸਾਰ ਹੈ, ਸੰਸਾਰ ਕੀ ਹੈ ਤੇ ਮੈਂ ਕੀ ਹਾਂ, ਇਹਨੂੰ ਜਾਣ ਲੈਣਾ। ਇਹ ਹੈ ਮੱਖਣ, ਇਹ ਹੈ ਘਿਓ ਜੋ ਇਹਦੇ ਵਿੱਚੋਂ ਨਿਕਲਣਾ, ਪ੍ਰਗਟ ਹੋਣਾ। ਹਾਂਜੀ। ਮਨ ਸੰਪਟ ਜਿਤ ਸਤ ਸਰ ਨਾਵਣ, ਪਾਵਨ ਪਾਤੇ ਤ੍ਰਿਪਤ ਕਰੇ। ਇੱਥੇ ਤਾਈਂ ਜੋ ਉੱਪਰ ਪੰਕਤੀ ਸੰਪੰਨ ਹੋਈ, ਇੱਥੇ ਤਾਈਂ ਦੁੱਧ ਦੇ ਪ੍ਰਕਰਨ ਨਾਲ ਮਹਾਰਾਜ ਜੀ ਨੇ ਉਪਦੇਸ਼ ਦਿੱਤਾ। ਦੁੱਧ ਦਾ ਪ੍ਰਕਰਨ ਲਿਆ ਕਿ ਕਿਵੇਂ ਦੁੱਧ ਭਾਂਡੇ 'ਚ ਪਾਇਆ ਜਾਂਦਾ, ਸਾਫ਼ ਕਰਕੇ ਭਾਂਡਾ, ਫਿਰ ਉਹਨੂੰ ਜਮਾਇਆ ਜਾਂਦਾ, ਫਿਰ ਰਿੜਕਿਆ ਜਾਂਦਾ, ਮੱਖਣ ਕੱਢਿਆ ਜਾਂਦਾ ਹੈ।
ਉਹ ਪ੍ਰਕਰਨ ਦੁਆਰਾ ਸਾਨੂੰ ਉਪਦੇਸ਼ ਦਿੱਤਾ। ਹੁਣ ਇੱਥੇ ਜਿਹੜੀ ਆਹ ਪੰਕਤੀ ਅਗਲੀ ਉਚਾਰੀ, ਇਹ ਪੂਜਾ ਦਾ ਪ੍ਰਕਾਰ ਦੱਸਦੇ ਹੈ। ਪੂਜਾ ਆਪਣੇ ਗੁਰਦੇਵ ਦੀ ਕਰਨੀ। ਆ ਸਭ ਪੂਜਾ ਦੇ ਪ੍ਰਕਾਰ ਨੇ ਜੋ ਇਸ ਵੇਲੇ ਆਪ ਜੀ ਹੱਥ ਜੋੜ ਕੇ ਸਤਿਗੁਰਾਂ ਦੇ ਸਾਨਮੁਖ ਖੜੇ ਹੋ ਮੱਥਾ ਟੇਕ ਰਹੇ ਹੋ, ਪੂਜਾ ਦਾ ਪ੍ਰਕਾਰ ਹੈ। ਗੁਰਦੇਵ ਨੂੰ ਕੋਈ ਪੁਸ਼ਪ ਲਿਆ ਕੇ ਭੇਟ ਕਰਦਾ, ਕੋਈ ਮਹਾਰਾਜ ਜੀ ਨੂੰ ਰੁਮਾਲੇ ਲਿਆ ਕੇ ਭੇਟ ਕਰਦਾ, ਕੋਈ ਸਿਹਰੇ ਲਿਆ ਕੇ ਭੇਟ ਕਰਦਾ, ਕੋਈ ਕੜਾ ਪ੍ਰਸ਼ਾਦ ਦੀ ਦੇਗ ਲਿਆ ਕੇ ਭੇਟ ਕਰਦਾ। ਇਹ ਸਭ ਪੂਜਾ ਦਾ ਪ੍ਰਕਾਰ ਹੈ, ਆਪਣੇ ਗੁਰਦੇਵ ਦੀ ਪੂਜਾ। ਇੱਥੇ ਪੂਜਾ ਦੇ ਪ੍ਰਕਰਨ ਮੁਤਾਬਕ ਸਤਿਗੁਰੂ ਉਪਦੇਸ਼ ਦਿੰਦੇ। ਮਨ ਸੰਪਟ, ਅਕਸਰ ਬ੍ਰਾਹਮਣ ਲੋਕ ਜਦੋਂ ਪੂਜਾ ਕਰਦੇ ਉਹਨਾਂ ਨੇ ਇੱਕ ਡੱਬਾ ਬਣਾਇਆ ਹੁੰਦਾ ਸੀ ਜਿਹਦੇ 'ਚ ਪੂਜਾ ਦੀ ਸਾਰੀ ਸਮੱਗਰੀ ਰੱਖਦੇ ਸੀ। ਉਹਦੇ 'ਚ ਉਹਨਾਂ ਨੇ ਪੱਤੀਆਂ, ਫੁੱਲ ਤੇ ਜੋ ਤਿਲਕ ਆਦਿਕ ਦੀ ਸਾਰੀ ਸਮੱਗਰੀ ਉਸ ਡੱਬੇ 'ਚ ਰੱਖੀ ਹੋਣੀ। ਗੁਰਦੇਵ ਕਹਿੰਦੇ ਬਈ ਸਿੱਖੋ, ਤੁਸੀਂ ਆਪਣੇ ਮਨ ਨੂੰ ਡੱਬਾ ਬਣਾ ਲਓ। ਮਨ ਸੰਪਟ, ਸੰਪਟ ਨਾਮ ਹੁੰਦਾ ਡੱਬੇ ਦਾ। ਮਨ ਸੰਪਟ, ਮਨ ਨੂੰ ਡੱਬਾ ਬਣਾ ਲਓ। ਜਿਤ ਸਤਸਰ ਨਹਾਵਣ, ਤੇ ਇਸ਼ਨਾਨ ਕਰੀਦਾ ਨਾ ਪੂਜਾ ਤੋਂ ਪਹਿਲਾਂ। ਕਹਿੰਦੇ ਤੁਸੀਂ ਇਸ਼ਨਾਨ ਕਰਨਾ ਸਤ ਸੰਗਤ ਵਿੱਚ ਰੋਜ਼ ਆਉਣਾ, ਰੋਜ਼ ਬਿਨਾਂ ਨਾਗਾ ਸਤ ਸੰਗਤ ਵਿੱਚ। ਇਹ ਨਹੀਂ ਕਦੇ ਸਾਲ ਛਮਾਈ ਆ ਗਏ, ਆ ਕੇ ਸਾਨ ਜਿਹਾ ਲਾਇਆ, ਮਹਾਰਾਜ ਆ ਗਏ ਆ ਤੁਹਾਡੇ ਕੋਲ, ਮੱਥਾ ਟੇਕ ਕੇ ਚੱਲੇ, ਹੁਣ ਸਾਡਾ ਕੰਮ ਕਰ ਦਿਓ। ਇਹ ਨਹੀਂ, ਰੋਜ਼ ਬਿਨਾਂ ਨਾਗਾ ਭਾਵਨਾ ਸਹਿਤ ਗੁਰੂ ਕੀ ਹਜ਼ੂਰੀ ਚ ਆਉਣਾ, ਸਤ ਸੰਗਤ ਵਿੱਚ ਆਉਣਾ, ਕਥਾ ਸੁਣਨੀ, ਕੀਰਤਨ ਸੁਣਨਾ। ਇਹ ਗੁਰੂ ਖਾਲਸਾ ਜੀ ਸਤ ਸੰਗਤ ਦਾ ਇਸ਼ਨਾਨ ਹੈ। ਸਾਧ ਸੰਗਤ ਇਹੋ ਜਿਹਾ ਵੱਡਾ ਮਹਾਨ ਤੀਰਥ ਹੈ, ਇੱਥੇ ਸਾਡੀ ਸੁਰਤ ਦਾ, ਸਾਡੇ ਮਨ ਦਾ ਇਸ਼ਨਾਨ ਹੁੰਦਾ। ਬਾਕੀ ਜਿਹੜੇ ਸੰਸਾਰ ਦੇ ਤੀਰਥ ਨੇ, ਉਹਨਾਂ ਤੀਰਥਾਂ ਵਿੱਚ ਇਕੱਲੇ ਤਨ ਦਾ ਇਸ਼ਨਾਨ ਹੁੰਦਾ, ਪਰ ਸਾਧ ਸੰਗਤ ਵਿੱਚ ਆ ਕੇ ਸਾਡਾ ਮਨ ਧੁੱਪਦਾ, ਮਨ ਦਾ ਇਸ਼ਨਾਨ ਹੁੰਦਾ। ਇਸ ਕਰਕੇ ਪਾਤਸ਼ਾਹ ਨੇ ਸਤਸਰ ਸ਼ਬਦ ਵਰਤਿਆ ਵੀ ਸਾਧ ਸੰਗਤ ਰੂਪੀ ਸਰੋਵਰ 'ਚ ਰੋਜ਼ ਆ ਕੇ ਨਹਾਵਣ ਕਹੀਏ, ਨਹਾਉਣਾ ਯਾਨੀ ਕਿ ਰੋਜ਼ਾਨਾ ਬਿਨਾਂ ਨਾਗਾ ਸਤ ਸੰਗਤ ਕਰਨੀ। ਸਤ ਸੰਗ ਤੋਂ ਬਿਨਾਂ ਨਹੀਂ ਰਹਿਣਾ। ਜਿੰਨਾ ਚਿਰ ਸਰੀਰ 'ਚ ਰਹੀਏ ਯਤਨ ਕਰੀਏ ਸਤਪੁਰਸ਼ਾਂ ਦੀ ਸੰਗਤ ਕਰਦੇ ਰਹੀਏ। ਰੋਜ਼ ਹੀ ਮੰਗੇ ਮੰਗਣੀਆਂ, ਸਾਧ ਦਾ ਸੰਗ ਤੇ ਭਜਨ ਦਾ ਰੰਗ। ਮਹਾਰਾਜ ਕਿਰਪਾ ਕਰਕੇ ਸਾਧੂ ਦਾ ਸੰਗ ਤੇ ਭਜਨ ਦਾ ਰੰਗ ਬਖਸ਼ੀ ਰੱਖਿਓ। ਜਿਹੜੇ ਮਿਲੇ ਨੇ ਤੁਹਾਨੂੰ ਨਾ ਮਿਲਿਆ ਹੋਇਆਂ ਦਾ ਮੇਲਾ ਬਖਸ਼ਿਓ। ਤੋ ਪਾਤਸ਼ਾਹ ਕਹਿੰਦੇ ਸਾਧ ਸੰਗਤ ਰੂਪੀ ਸਰੋਵਰ 'ਚ ਨਹਾਉਣਾ, ਭਾਵਨ ਪਾਤੀ ਤ੍ਰਿਪਤ ਕਰੇ। ਭਾਵਨਾ ਦੀਆਂ ਪੱਤੀਆਂ ਰੱਖਣੀਆਂ ਨੇ, ਜਿਵੇਂ ਪੂਜਾ ਦੇ ਥਾਲ ਵਿੱਚ ਪੱਤੀਆਂ ਰੱਖੀਆਂ ਹੁੰਦੀਆਂ ਨੇ ਫੁੱਲਾਂ ਦੀਆਂ, ਤੋੜ ਕੇ ਨਿੱਕੇ ਨਿੱਕੇ ਫੁੱਲ। ਕਹਿੰਦੇ ਆਪਣੀ ਭਾਵਨਾ ਜਿਹੜੀ ਆ ਗੁਰੂ ਸਾਹਿਬ ਜੀ ਪ੍ਰਤੀ ਪ੍ਰਗਟ ਕਰਨੀ, ਇਹ ਪੱਤੀਆਂ ਨੇ। ਭਾਵਨ ਪਾਤੀ, ਭਾਵਨਾ ਦੀਆਂ ਪੱਤੀਆਂ। ਤ੍ਰਿਪਤ ਕਰੇ, ਕਹਿੰਦੇ ਆਪਣੇ ਹਿਰਦੇ ਨੂੰ ਤ੍ਰਿਪਤ ਕਰ ਲਵੇ, ਵਾਸ਼ਨਾਵਾਂ ਤੋਂ ਰਹਿਤ ਕਰ ਲਵੇ, ਤੇ ਭਾਵਨਾ ਦੀਆਂ ਪੱਤੀਆਂ ਗੁਰੂ ਸਾਹਿਬ ਦੇ ਚਰਨਾਂ 'ਚ ਭੇਟ ਕਰੇ। ਹਾਂਜੀ। ਪੂਜਾ ਪ੍ਰਾਣ ਸੇਵਕ ਜੀ ਸੇਵੇ, ਇਨ ਬਿਦ ਸਾਹਿਬ ਰਵਤ ਰਹੈ। ਜਿੰਨੀ ਦੇਰ ਤੱਕ ਸਰੀਰ 'ਚ ਪ੍ਰਾਣ ਚੱਲਦੇ ਨੇ ਉਦੋਂ ਤੱਕ ਲਗਾਤਾਰ ਨਿਰੰਤਰ ਪੂਜਾ ਕਰੀ ਜਾਵੇ ਆਪਣੇ ਮਾਲਕ ਦੀ। ਪੂਜਾ ਪ੍ਰਾਣ ਸੇਵਕ ਜੇ ਸੇਵੇ, ਪ੍ਰਾਣਾ ਪ੍ਰਯੰਤ ਤੱਕ ਸੇਵਕ ਬਣ ਕੇ ਆਪਣੇ ਮਾਲਕ ਦੀ ਪੂਜਾ ਕਰੇ, ਸੇਵਕ ਬਣ ਕੇ ਸੇਵਾ ਕਰੇ। ਇਨ ਬਿਦ ਸਾਹਿਬ ਰਬਤ ਰਹਿ। ਇਸ ਪ੍ਰਕਾਰ ਨਾਲ ਕਹਿੰਦੇ ਫਿਰ ਤੂੰ ਉਸ ਸਾਹਿਬ ਵਿੱਚ, ਉਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ 'ਚ ਸਮਾ ਜਾਵੇਂਗਾ, ਉਹਦੇ 'ਚ ਅਭੇਦ ਹੋ ਜਾਏਗਾ। ਜਿਸ ਵੇਲੇ ਸੇਵਕ ਬਣ ਕੇ ਉਸ ਮਾਲਕ ਦੀ ਸੇਵਾ ਕਰੇਗਾ, ਪੂਜਾ ਕਰੇਗਾ, ਫਿਰ ਉਹਦੇ 'ਚ ਅਭੇਦ ਹੋਵੇਗਾ। ਕਹਿੰਦੀ ਕਹਿ ਕਹੀ ਕਹਿ ਜਾਵੇ,
ਤੁਮ ਸਰ ਆਵਰ ਨ ਕੋਈ। ਬੜੇ ਨੇ ਜਿਹੜੇ ਪਹਿਲਾਂ ਕਹਿ ਕੇ ਚਲੇ ਗਏ, ਬੜੇ ਨੇ ਜਿਹੜੇ ਹੁਣ ਕਹਿ ਰਹੇ ਨੇ, ਬੜੇ ਨੇ ਜਿਹੜੇ ਆਉਣ ਵਾਲੇ ਸਮੇਂ 'ਚ ਵੀ ਕਹਿਣਗੇ। ਪਹਿਲਾਂ ਵੀ ਬੜੇ ਕਹਿ ਕਹਿ ਕੇ ਚਲੇ ਗਏ, ਹੁਣ ਵੀ ਕਹਿ ਰਹੇ ਨੇ ਤੇ ਅੱਗੇ ਨੂੰ ਵੀ ਕਹਿਣਗੇ। ਕੀ ਆਖਣਗੇ? ਹੇ ਅਕਾਲ ਪੁਰਖ ਜੀ, ਤੁਹਾਡੇ ਵਰਗਾ ਕੋਈ ਨਹੀਂ। ਜਿਨ੍ਹਾਂ ਪਹਿਲਾਂ ਆਖਿਆ ਉਹਨਾਂ ਵੀ ਇਹੀ ਕਿਹਾ, ਤੇਰੇ ਵਰਗਾ ਕੋਈ ਨਹੀਂ। ਜਿਹੜੇ ਹੁਣ ਕਹਿ ਰਹੇ ਨੇ ਉਹ ਵੀ ਇਹੀ ਕਹਿ ਰਹੇ ਨੇ, ਤੇਰੇ ਵਰਗਾ ਕੋਈ ਨਹੀਂ। ਤੇ ਆਉਣ ਵਾਲੇ ਸਮੇਂ 'ਚ ਵੀ ਜਿੰਨੇ ਕਹਿਣਗੇ ਉਹ ਵੀ ਇਹੀ ਕਹਿਣਗੇ, ਤੇਰੇ ਬਰਾਬਰ ਕੋਈ ਨਹੀਂ। ਤੁਮ ਸਾਰ, ਸਾਰ ਦਾ ਮਤਲਬ ਹੁੰਦਾ ਸਦ੍ਰਿਸ਼, ਬਰਾਬਰ, ਤੁਹਾਡੇ ਵਰਗਾ, ਤੁਹਾਡੇ ਤੁੱਲ, ਤੁਹਾਡੇ ਜਿਹਾ ਹੋਰ ਕੋਈ ਨਹੀਂ। ਕਉ ਹਰ ਸਮਾਨ ਨਹੀਂ ਰਾਜਾ, ਕਉ ਹਰ ਸਮਾਨ ਨਹੀਂ ਰਾਜਾ। ਕਉ ਹਰ ਸਮਾਨ ਨਹੀਂ ਰਾਜਾ, ਕਉ ਹਰ ਸਮਾਨ ਨਹੀਂ ਰਾਜਾ। ਕਉ ਹਰ ਸਮਾਨ ਨਹੀਂ ਰਾਜਾ, ਕਉ ਹਰ ਸਮਾਨ ਨਹੀਂ ਰਾਜਾ। ਕਉ ਹਰ ਸਮਾਨ ਨਹੀਂ ਰਾਜਾ, ਕਉ ਹਰ ਸਮਾਨ ਨਹੀਂ ਰਾਜਾ। ਉਹਦੇ ਸਮਾਨ, ਉਹਦੇ ਤੁੱਲ ਕੋਈ ਹੈ ਹੀ ਨਹੀਂ ਦੂਜਾ, ਨਾ ਕੋਈ ਰਾਜਾ ਨਾ ਕੋਈ ਬਾਦਸ਼ਾਹ, ਉਹਦੇ ਵਰਗਾ ਕੋਈ ਨਹੀਂ। ਬੜੇ ਪਹਿਲਾਂ ਵੀ ਕਹਿ ਕਹਿ ਕੇ ਗਏ, ਹੁਣ ਵੀ ਕਹਿ ਰਹੇ ਨੇ, ਅੱਗੇ ਨੂੰ ਵੀ ਕਹਿਣਗੇ। ਹੇ ਗੁਰੂ ਨਾਨਕ ਦੇਵ ਸਾਹਿਬ ਜੀ, ਤੁਹਾਡੇ ਵਰਗਾ ਕੋਈ ਨਹੀਂ। ਸਤਿ ਸ਼੍ਰੀ ਅਕਾਲ। ਹੇ ਸਰਬੰਸ ਦਾਨੀ, ਜਗਤ ਪਿਤਾ ਕਲਗੀਧਰ ਸੁਆਮੀ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ, ਤੁਹਾਡੇ ਵਰਗਾ ਕੋਈ ਨਹੀਂ, ਕੋਈ ਨਹੀਂ, ਤੁਹਾਡੇ ਤੁੱਲ ਕੋਈ ਨਹੀਂ। ਜਿੰਨੇ ਮਰਜ਼ੀ ਤੁਰੇ ਫਿਰਨ ਸੰਸਾਰ 'ਚ, ਪਰ ਸਾਹਿਬ ਵਰਗਾ ਕੋਈ ਨਹੀਂ। ਧੰਨ ਗੁਰੂ ਨਾਨਕ ਸਾਹਿਬ ਵਰਗਾ, ਗੁਰੂ ਗੋਬਿੰਦ ਸਿੰਘ ਸਾਹਿਬ ਵਰਗਾ ਕੋਈ ਨਹੀਂ। ਸਤਿਗੁਰੂ ਜੀ ਵਰਗੇ ਕੇਵਲ ਸਤ। ਭੱਟਾਂ ਨੇ ਵੀ ਕਿਹਾ ਨਾ, ਗੁਰੂ ਅਮਰਦਾਸ ਸਾਹਿਬ ਦੀ ਉਪਮਾ ਕਰਦੇ, ਉਹ ਕਹਿੰਦੇ ਕਨ ਹਰ ਬੂੰਦ ਬਸੋਰੋ ਮਾਵਲ, ਕੁਸਮ ਬਸੰਤ ਗਨੰਤ ਨ ਆਵੈ। ਰਵ ਸਸ ਕਿਰਣ ਉਦਰ ਸਾਗਰ ਕੋ, ਗੰਗ ਤਰੰਗ ਅੰਤ ਕੋ ਪਾਵੈ। ਰੁਦਰ ਧਿਆਨ ਗਿਆਨ ਸਤਿਗੁਰ ਕੇ, ਕਵ ਜਨ ਭਲ ਉਨੈ ਜੋ ਗਾਵੈ। ਭਲੇ ਅਮਰਦਾਸ ਗੁਣ ਤੇਰੇ, ਤੇਰੀ ਉਪਮਾ ਤੋਹਿ ਬਨ ਆਵੈ। ਤੁਹਾਡੀ ਉਪਮਾ ਤੁਹਾਨੂੰ ਹੀ ਬਣਾਉਂਦੀ ਮਹਾਰਾਜ, ਹੈ ਹੀ ਨਹੀਂ ਕੋਈ ਦੂਜਾ ਜਿਹਦੀ ਉਪਮਾ ਦੇ ਕੇ ਕਹੀਏ ਵੀ ਤੁਸੀਂ ਉਹੋ ਜਿਹੇ ਹੋ। ਤੁਮ ਸਾਰੇ ਅਵਰ ਨਾ ਕੋਈ। ਮਹਾਰਾਜ ਤੁਹਾਡੇ ਸਦ੍ਰਿਸ਼, ਤੁਹਾਡੇ ਤੋਲ ਹੋਰ ਕੋਈ ਨਹੀਂ ਹੈ। ਸਭ ਤੋਂ ਵੱਡੇ ਹੋ। ਹਮਰਾ ਠਾਕੁਰ ਸਭ ਤੇ ਉੱਚਾ, ਹਮਰਾ ਠਾਕੁਰ ਸਭ ਤੇ ਉੱਚਾ। ਰਹਿਣ ਦਿਨਸ ਤਿਸ ਗਾਵੋ ਰੇ। ਸਭ ਤੋਂ ਉੱਚਾ ਸਾਡਾ ਸੁਆਮੀ ਠਾਕੁਰ, ਜਿਹਦੇ ਤੁੱਲ ਕੋਈ ਹੋਰ ਹੈ ਹੀ ਨਹੀਂ, ਜਿਹਦੇ ਸਦ੍ਰਿਸ਼ ਕੋਈ ਹੋਰ ਨਹੀਂ। ਇਹ ਸਿੱਖ ਦੇ ਅੰਦਰ ਗੁਰੂ ਪਾਤਸ਼ਾਹ ਪ੍ਰਤੀ ਨਿਸ਼ਚਾ ਹੋਣਾ ਚਾਹੀਦਾ ਹੈ। ਇਹ ਗੁਰੂ ਨਾਨਕ ਸਾਹਿਬ ਸਾਨੂੰ ਨਿਸ਼ਚਾ ਦੇ ਰਹੇ ਨੇ, ਸਿੱਖਾ ਇਹ ਨਿਸ਼ਚਾ ਰੱਖਣਾ ਆਪਣੇ ਗੁਰੂ ਪ੍ਰਤੀ ਕਿ ਮੇਰੇ ਸਾਹਿਬ ਵਰਗਾ ਹੋਰ ਕੋਈ ਨਹੀਂ, ਕੋਈ ਨਹੀਂ। ਹਾਂਜੀ। ਭਗਤ ਹੀਣ ਨਾਨਕ ਜਨ ਜਪੈ, ਹਉ ਸਲਾਹੀ ਸੱਚਾ ਸੋਈ। ਏ ਵਾਹਿਗੁਰੂ, ਮੈਂ ਭਗਤੀ ਤੋਂ ਹੀਣਾ, ਮੇਰੇ 'ਚ ਭਗਤੀ ਕੋਈ ਨਹੀਂ, ਭਾਵਨਾ ਕੋਈ ਨਹੀਂ, ਭਗਤਹੀਣ। ਅਸੀਂ ਕਹਿੰਦੇ ਅਸੀਂ ਤਾਂ ਭਗਤੀ ਬੜੀ ਕਰਦੇ ਹਾਂ। ਗੁਰੂ ਬਾਬਾ ਜੀ ਕਹਿੰਦੇ ਆ, ਜੇ ਭਗਤੀ ਕਰਦੇ ਹੋ ਤੇ ਮਾਣ ਕਾਹਦਾ? ਬੇਨਤੀ ਕਰਿਆ ਕਰੋ, ਮਹਾਰਾਜ ਸਾਡੀ ਕੋਈ ਭਗਤੀ ਨਹੀਂ, ਭਗਤਹੀਣ। ਅਸੀਂ ਭਗਤੀ ਤੋਂ ਹੀਣੇ ਹਾਂ, ਭਗਤਹੀਣ। ਨਾਨਕ ਜਨ ਜੰਪੈ,
ਮੈਂ ਭਗਤੀ ਤੋਂ ਹੀਣਾ, ਬਸ ਮਹਾਰਾਜ ਤੁਹਾਨੂੰ ਜਪਦਾ ਹਾਂ, ਮੇਰੇ 'ਚ ਭਗਤੀ ਕੋਈ ਨਹੀਂ, ਬਸ ਤੁਹਾਡੀ ਆਰਾਧਨਾ ਕਰਦਾ, ਤੁਹਾਨੂੰ ਜਪਦਾ ਹਾਂ, ਤੁਹਾਨੂੰ ਚੇਤੇ ਕਰਦਾ ਕਿ ਮਹਾਰਾਜ ਕਿਰਪਾ ਰੱਖਿਓ, ਦਇਆ ਦ੍ਰਿਸ਼ਟੀ ਰੱਖਿਓ। ਹਉ ਸਾਲਾਹੀ ਸੱਚਾ ਸੋਈ, ਮੈਂ ਉਸ ਸੱਚੇ ਨੂੰ ਸਲਾਹੁੰਦਾ ਹਾਂ, ਉਸ ਸੱਚੇ ਦੀ ਵਡਿਆਈ ਕਰਦਾ, ਸੱਚੇ ਦੀ ਆਰਾਧਨਾ ਕਰਦਾ, ਕਿਉਂਕਿ ਉਹਦੇ ਬਿਨਾਂ ਕੋਈ ਦੂਸਰਾ ਹੈ ਹੀ ਕੋਈ ਨਹੀਂ ਮੇਰਾ ਆਸਰਾ, ਉਹਦੇ ਸਦ੍ਰਿਸ਼, ਉਹਦੇ ਵਰਗਾ ਹੋਰ ਕੋਈ ਨਹੀਂ। ਇਸ ਕਰਕੇ ਉਸੇ ਦੇ ਚਰਨਾਂ ਵਿੱਚ ਸਮਰਪਣ ਹੋ ਕੇ ਉਸੇ ਦੇ ਜਾਪ ਨੂੰ ਜਪਦਾ। ਮੇਰੀ ਕੋਈ ਭਗਤੀ ਨਹੀਂ, ਮੇਰੀ ਕੋਈ ਘਾਲਣਾ ਨਹੀਂ, ਘਾਲ ਸਿਆਣਪ ਉਕਤ ਨਾ ਮੋਰੀ, ਨਾ ਮੇਰੀ ਕੋਈ ਘਾਲਣਾ, ਨਾ ਮੇਰੀ ਕੋਈ ਸਿਆਣਪ ਹੈ, ਨਾ ਮੇਰੀ ਕੋਈ ਉਕਤੀ ਜੁਗਤੀ ਹੈ, ਨਾ ਮੈਨੂੰ ਕੋਈ ਤਰੀਕਾ ਉਪਾਉ ਆਉਂਦਾ। ਬਸ ਮੈਂ ਤਾਂ ਵਾਹਿਗੁਰੂ ਜੀ ਆਪ ਜੀ ਦੇ ਅੰਮ੍ਰਿਤ ਨਾਮ ਦੀ ਆਰਾਧਨਾ ਕਰਦਾ ਤੇ ਉਸੇ ਨੂੰ ਜਪਦਾ, ਉਸੇ ਨੂੰ ਸਲਾਹੁੰਦਾ ਹਾਂ। ਮਹਾਰਾਜ ਕਿਰਪਾ ਕਰੋ, ਆਪ ਜੀ ਦਇਆ ਕਰਕੇ, ਰਹਿਮਤ ਕਰਕੇ ਸਾਨੂੰ ਆਪਣੀ ਸ਼ਰਨ 'ਚ, ਆਪਣੀ ਪਨਾਹ ਵਿੱਚ ਰੱਖ ਲਓ। ਅੱਜ ਦੇ ਇਸ ਪਾਵਨ ਸ੍ਰੀ ਮੁਖਵਾਕ ਦੁਆਰਾ ਜਗਤ ਗੁਰੂ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਨੇ ਕਰਮ, ਉਪਾਸ਼ਨਾ ਔਰ ਗਿਆਨ ਕਾਂਡ ਦੁਆਰਾ ਉਪਦੇਸ਼ ਦਿੱਤਾ ਹੈ। ਸਾਡੇ ਮਨ ਦੀਆਂ 3 ਪ੍ਰਕਾਰ ਦੀਆਂ ਬਿਰਤੀਆਂ ਹਨ, ਬਲ, ਵਿਖੇਪ ਤੇ ਅਵਰਣ। ਮੈਲ ਦੀ ਨਿਰਵਿਰਤੀ, ਜਿਹੜਾ ਅੰਤਸ਼ਕਰਨ ਮਲੀਨ ਹੈ, ਉਹਦੀ ਨਿਰਵਿਰਤੀ ਨਿਸ਼ਕਾਮ ਕਰਮਾਂ ਸਹਿਤ ਹੁੰਦੀ। ਔਰ ਜਿਹੜਾ ਸਾਡਾ ਮਨ ਚੰਚਲ ਹੈ, ਇਹਨੂੰ ਕਹਿੰਦੇ ਨੇ ਵਿਖੇਪਤਾਈ, ਇਹ ਖਤਮ ਹੁੰਦੀ ਹੈ ਵਿਖੇਪਤਾਈ ਉਪਾਸ਼ਨਾ ਕਰਨ ਨਾਲ, ਜਿਹੜੀ ਮਹਾਰਾਜ ਜੀ ਨੇ ਪੂਜਾ ਪ੍ਰਾਣ ਸੇਵਕ ਜੋ ਸੇਵੇ ਦੀ ਜੁਗਤ ਦੱਸੀ ਹੈ। ਤੀਸਰਾ ਜਿਹੜਾ ਅਵਰਣ ਦਾ ਪਰਦਾ ਪਿਆ ਹੋਇਆ, ਉਹ ਪਰਦਾ ਨਾਮ ਦੇ ਜਪ ਦੁਆਰਾ, ਗਿਆਨ ਕਾਂਡ ਦੁਆਰਾ ਹੋਵੇਗਾ। ਤੋ ਇਹ ਤਿੰਨੇ ਕਾਂਡਾਂ ਦੁਆਰਾ ਸਤਿਗੁਰੂ ਜੀ ਨੇ ਇਸ ਸ਼ਬਦ ਦੁਆਰਾ ਉਪਦੇਸ਼ ਦੇ ਕੇ ਸਾਨੂੰ ਨਿਵਾਜਿਆ। ਸਤਿਗੁਰੂ ਜੀ ਕਿਰਪਾ ਕਰਨੇ, ਪਾਵਨ ਪਵਿੱਤਰ ਗੁਰਬਾਣੀ ਦੀ ਪਾਵਨ ਵਿਚਾਰ ਸਾਡੇ ਹਿਰਦਿਆਂ ਵਿੱਚ ਵਸ ਜਾਵੇ। ਸਾਡਾ ਗਾਵਿਆ ਸੁਣਿਆ ਸਤਿਗੁਰੂ ਜੀ ਥਾਂ ਪਾਵਨ। ਗੁਰੂ ਕੀ ਬਾਣੀ ਅਗਾਧ ਬੋਧ ਹੈ, ਵਿਚਾਰਾਂ ਕਰਦਿਆਂ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ। ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ 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 ਵਾਹਿਗੁਰੂ।